पंकज बंदन सिमरो अंगद दुख निकंदन अमरदास हृदय त्याओ जी हृदय त्याओ। श्री गुरु रामदास गुण गाओ। गुरु अर्जन विघ्नन के नाशक विघ्नन के नाशक हारे गोविंद शुभ मत प्रकाशक। श्री हर राय नमो कर जोरी नमो कर जोरी। श्री हर कृष्ण मनाओ बहोरी। तेग बहादुर परम कृपाला जी परम कृपाला। श्री गुरु गोबिंद सिंह विसाला। तारों तारा पर पुन पुन सीसा वाहिगुरु पुन पुन सीसा। बंदों बार बार जगदीसा। एक ओंकार सतगुरु तेह प्रसाद सच होए। वाहिगुरु जी की फतेह है विघ्न विनाशन सोए। जिसमें अमृत ज्ञान है मानक भगत वैराग। गुरु ग्रंथ साहिब उदद बंदों कर अनुराग। कहाँ बुद्ध प्रभु तुच्छ हमारी वर्ण सकै महिमा जो तिहारी। हम ना सकत कार सिफत तुम्हारी आप लिहो तुम कथा सुधारी। हम ना सकत कार सिफत तुम्हारी आप लिहो तुम कथा सुधारी। सतनाम श्री वाहिगुरु साहिब जी दोहरा। भीम चंद सतगुरु की करत प्रतीखन चीत। गमन्यो छीकर टुकाओ हित मिल है अनक नृप मीत। वाहिगुरु जी का खालसा वाहिगुरु जी की फतेह। परम सन्मानयोग गुरु की साजी नवाजी हुई। गुरु रूप गुरु खालसा साध संगत जी आप जी धन धन अमर शहीद बाबा दीप सिंह जी तिन्हां दे पावन यादगारी अस्थान ते शहीदां ਸਿੰਘਾਂ ਦੀ पावन पवित्र यादां ਵਿੱਚ जुड़ के बैठे हाँ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦਾ ਆਨੰਦ ਮਾਣਿਆ ਹੈ। ਸਤਿਕਾਰਯੋਗ ਸਿੰਘ ਸਾਹਿਬ ਜੀ ਸਾਡੇ ਵੱਡੇ ਵੀਰ ਗਿਆਨੀ ਭੁਪਿੰਦਰ ਸਿੰਘ ਜੀ ਉਹਨਾਂ ਦੀ ਰਸਨਾ ਤੋਂ ਸੋਹਦਾ ਰਹਿਰਾਸ ਸਾਹਿਬ ਜੀ ਦੇ ਪਾਠ ਬੜੇ ਪ੍ਰੇਮ ਨਾਲ ਸੰਗਤ ਨੇ ਸ਼ਰਵਣ ਕੀਤੇ ਹਨ। ਉਪਰੰਤ ਸ੍ਰੀ ਪੌਂਟਾ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਜਿਨ੍ਹਾਂ ਨੇ ਸੇਵਾ ਨਿਭਾਈ ਹੈ ਸਾਡੇ ਵੀਰ ਗਿਆਨੀ ਤਰਲੋਕ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਬੜਾ ਹੀ ਰਸ ਭਿੰਨਾ ਕੀਰਤਨ ਭਾਈ ਸਾਹਿਬ ਕਰਦੇ ਹਨ। ਆਪ ਜੀ ਨੇ ਲਾਹਾ ਪ੍ਰਾਪਤ ਕੀਤਾ ਹੈ ਔਰ ਛੋਟੇ ਭਚੰਗੀ ਸਿੰਘਾਂ ਕੋਲੋਂ ਵੀ ਗੁਰਬਾਣੀ ਦੇ ਲਾਹੇ ਪ੍ਰਾਪਤ ਕੀਤੇ ਹਨ। ਮਸਤਕ ਲੱਗੈ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ ਭਾਗ ਵੱਡੇ ਹੁੰਦੇ ਹੈ ਉਹਨਾਂ ਦੇ ਮੱਥੇ ਤੇ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਲੱਗ ਜਾਂਦੀ ਹੈ। ਬਿਨਾਂ ਕਿਰਪਾ ਦੇ ਬਿਨਾਂ ਬਖਸ਼ਿਸ਼ ਦੇ ਇਹ ਘੜੀਆਂ ਪ੍ਰਾਪਤ ਨਹੀਂ ਹੁੰਦੀਆਂ। ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲਸਾਰ ਤੇ ਧਨ ਸੋ ਦਿਨਸ ਸੰਜੋਗੜਾ ਜਿਤ ਡਿਠਾ ਗੁਰਦਰਸਾਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰ ਰਹੀਆਂ ਸੰਗਤਾਂ
ਔਰ ਆਪਣਾ ਜੀਵਨ ਸਫਲਾ ਕਰ ਰਹੀਆਂ ਨੇ। ਆਓ ਹੁਣ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਸ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਨਾਲ ਆਪਣੀ ਸੁਰਤੀ ਨੂੰ ਜੋੜ ਦਈਏ। ਸ਼ਹਿਰ ਪਾਮਟਾ ਕੀ ਸੁਧ ਲਈ। ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਜਮਨਾ ਦੇ ਕੰਢੇ ਤੇ ਪਵਿੱਤਰ ਧਰਤੀ ਸ੍ਰੀ ਪਾਉਂਟਾ ਸਾਹਿਬ ਆਬਾਦ ਕੀਤੀ। ਰਾਜਾ ਮੇਦਨੀ ਪ੍ਰਕਾਸ਼ ਨੇ ਬੜੀ ਭਾਵਨਾ ਨਾਲ ਸੇਵਾ ਕੀਤੀ। 12 ਦਿਨਾਂ ਵਿੱਚ ਹੀ ਕਿਲ੍ਹਾ ਉਸਾਰ ਦਿੱਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਇੱਥੇ 4 ਸਾਲ ਰਾਜੇ ਮੇਦਨੀ ਪ੍ਰਕਾਸ਼ ਨੇ ਸੰਗਤ ਕੀਤੀ ਹੈ। ਰਾਜੇ ਮੇਦਨੀ ਪ੍ਰਕਾਸ਼ ਦਾ ਵਿਰੋਧੀ ਰਾਜਾ ਫਤਿਹ ਸ਼ਾਹ ਸੀ, ਗੜਵਾਲ ਦਾ, ਟੀਰੀ ਰਿਆਸਤ ਦਾ ਰਾਜਾ। ਉਹਦੀ ਸਤਿਗੁਰੂ ਜੀ ਨੇ ਮੇਦਨੀ ਪ੍ਰਕਾਸ਼ ਨਾਲ ਸੁਲ੍ਹਾ ਕਰਾ ਦਿੱਤੀ। ਦੋਵੇਂ ਰਾਜੇ ਗੁਰੂ ਦੇ ਪ੍ਰੇਮੀ ਬਣ ਗਏ। ਰਾਜੇ ਫਤਿਹ ਸ਼ਾਹ ਦੀ ਬੇਟੀ ਦਾ ਰਿਸ਼ਤਾ ਭੀਮ ਚੰਦ ਦੇ ਪੁੱਤਰ ਅਜਮੇਰ ਚੰਦ ਨਾਲ ਹੋਇਆ ਸੀ ਤੇ ਰਾਜਾ ਭੀਮ ਚੰਦ ਕੁਝ ਸਮੇਂ ਤੋਂ ਮਹਾਰਾਜ ਦੇ ਨਾਲ ਈਰਖਾ ਕਰਨ ਲੱਗ ਪਿਆ ਸੀ। ਹਾਲਾਂਕਿ ਇਹਨਾਂ ਦਾ ਵੱਡਾ ਰਾਜਾ ਜਿਹੜਾ ਸੀ ਉਹ ਗਵਾਲੀਅਰ ਦੇ ਕਿਲੇ ਵਿੱਚੋਂ 6ਵੇਂ ਪਾਤਸ਼ਾਹ ਮਹਾਰਾਜ ਛੁਡਾ ਕੇ ਲਿਆਏ ਸਨ। ਉਹਦਾ ਪੁੱਤਰ ਰਾਜਾ ਤਾਰਾ ਚੰਦ, ਗਾਂ ਪੋਤਰਾ ਦੀਪ ਚੰਦ ਤੇ ਪੜਪੋਤਰਾ ਭੀਮ ਚੰਦ ਹੋਏ। ਇਹ ਭੀਮ ਚੰਦ ਜਿਹੜਾ ਰਾਜਾ ਸੀ ਇਹ ਜਦੋਂ 10-12 ਸਾਲਾਂ ਦਾ ਹੀ ਸੀ, ਇਹਦਾ ਪਿਤਾ ਦੀਪ ਚੰਦ ਚੜ੍ਹਾਈ ਕਰ ਗਿਆ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਰਾਣੀ ਚੰਪਾ ਨੇ, ਜੋ ਭੀਮ ਚੰਦ ਦੀ ਦਾਦੀ ਸੀ, ਬੇਨਤੀ ਕਰਕੇ ਕੀਰਤਪੁਰ ਸਾਹਿਬ ਤੋਂ ਬਿਲਾਸਪੁਰ ਦੀਪ ਚੰਦ ਦੇ ਭੋਗ ਤੇ ਸੱਦਿਆ ਸੀ। ਉਹਦੀ ਅੰਤਮ ਅਰਦਾਸ ਤੇ ਗੁਰੂ ਸਾਹਿਬ ਗਏ ਸਨ ਤੇ ਰਾਣੀ ਨੇ ਬੇਨਤੀ ਕੀਤੀ ਸੀ, ਮਹਾਰਾਜ ਇਹ ਮੇਰਾ ਪੋਤਰਾ ਹੈ, ਇਹਦੇ ਤੇ ਕਿਰਪਾ ਬਣਾਈ ਰੱਖਿਆ ਜੀ। ਸਤਿਗੁਰੂ ਕਹਿਣ ਲੱਗੇ ਜਿਹੋ ਜੀ ਭਾਵਨਾ ਰੱਖੇਗਾ ਉਹੋ ਜਿਹਾ ਫਲ ਪਾ ਲੇਗਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਭੂਤ ਭਵਿੱਖ ਵਰਤਮਾਨ ਦੇ ਗਿਆਤਾ ਸਨ। ਉਹਨਾਂ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ 'ਚ ਭੀਮ ਚੰਦ ਗੁਰੂ ਘਰ ਦਾ ਵਿਰੋਧੀ ਬਣ ਜਾਣਾ ਹੈ। ਉਹੀ ਗੱਲ ਹੋਈ ਜਦੋਂ ਗੁਰੂ ਘਰ ਦੀ ਸ਼ਾਨ ਵੇਖੀ, ਪ੍ਰਸ਼ਾਦੀ ਹਾਥੀ ਵੇਖਿਆ, ਗੁਰੂ ਮਹਾਰਾਜ ਦਾ ਬੇਸ਼ਕੀਮਤੀ ਤੰਬੂ ਵੇਖਿਆ, ਰਾਜਾ ਰਤਨ ਰਾਏ ਵੱਲੋਂ ਲਿਆਂਦੇ ਹੋਏ 5 ਦਰਿਆਈ ਘੋੜੇ ਤੱਕੇ, 5 ਕਲਾ ਸ਼ਸਤਰ ਤੇ ਬਹੁਤ ਕੀਮਤੀ ਚੌਂਕੀ, ਇਹ ਸਮਾਨ ਵੇਖ ਕੇ ਦਿਲ ਬੇਈਮਾਨ ਹੋ ਗਿਆ ਤੇ ਗੁਰੂ ਸਾਹਿਬ ਕੋਲੋਂ ਇਹ ਸਮਾਨ ਇਸ ਨੇ ਮੰਗਿਆ ਕਿ ਮੈਨੂੰ ਵਿਆਹ ਵਾਸਤੇ ਉਧਾਰਾ ਦੇ ਦਿਓ, ਵਿਆਹ ਤੋਂ ਬਾਅਦ ਵਾਪਸ ਕਰ ਦਿਆਂਗਾ। ਪਰ ਮਨ ਵਿੱਚ ਬੇਈਮਾਨੀ ਰੱਖੀ ਵੀ ਇੱਕ ਵਾਰੀ ਆਣ ਤਾਂ ਦਿਓ, ਵਾਪਸ ਕਰਨਾ ਫਿਰ ਸਾਡੀ ਮਰਜ਼ੀ ਹੈ। ਪਰ ਘਟ ਦੀ ਜਾਣਨ ਵਾਲੇ ਅੰਤਰਜਾਮੀ ਸਤਿਗੁਰੂ ਨੂੰ ਕੌਣ ਠੱਗ ਸਕਦਾ ਸੀ। ਉਹਨਾਂ ਨੇ ਸਾਫ਼ ਜਵਾਬ ਦੇ ਦਿੱਤਾ ਤੇ ਆਪ ਪਾਤਸ਼ਾਹ ਜੀ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਮੰਨ ਕੇ ਪਾਉਂਟਾ ਸਾਹਿਬ ਜਾ ਬਿਰਾਜੇ। ਹੁਣ ਰਾਜਾ ਭੀਮ ਚੰਦ ਆਪਣੇ ਪੁੱਤਰ ਅਜਮੇਰ ਚੰਦ ਦੀ ਬਰਾਤ ਲੈ ਕੇ ਸ੍ਰੀਨਗਰ, ਗੜਵਾਲ, ਟੀਰੀ, ਇਹ ਜੋ ਹੇਮਕੁੰਡ ਸਾਹਿਬ ਦੇ ਰਸਤੇ ਵਿੱਚ ਸ੍ਰੀਨਗਰ ਹੈ, 2 ਸ੍ਰੀਨਗਰ ਨੇ ਹਿੰਦੁਸਤਾਨ 'ਚ ਪ੍ਰਸਿੱਧ ਨੇ। ਇੱਕ ਸ੍ਰੀਨਗਰ ਜੰਮੂ ਕਸ਼ਮੀਰ ਵੱਲ ਹੈ ਜਿੱਥੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਾਈ ਭਾਗ ਭਰੀ ਦਾ ਪ੍ਰੇਮ ਵੇਖ ਕੇ ਗਏ ਸਨ, ਤੇ ਦੂਜਾ ਸ੍ਰੀਨਗਰ ਹੇਮਕੁੰਡ ਸਾਹਿਬ ਦੇ ਰਸਤੇ ਵਿੱਚ, ਇਹ ਗੰਗਾ ਦੇ ਕਿਨਾਰੇ ਤੇ ਜੋ ਟੀਰੀ ਰਿਆਸਤ, ਗੜਵਾਲ ਰਿਆਸਤ ਉਹਦੀ ਰਾਜਧਾਨੀ ਹੈ। ਉਧਰ ਰਾਜਾ ਫਤਿਹ ਸ਼ਾਹ ਦੀ ਬੇਟੀ ਦੇ ਵਿਆਹ 'ਚ ਇਹ ਸਾਰੇ ਗੁਰੂ ਸਾਹਿਬ ਜੀ ਨੇ ਲਾਗੀ ਵੀ ਭੇਜੇ, ਆਪਣੇ ਭਾਈ ਦਇਆਰਾਮ, ਪੰਡਿਤ ਦਇਆਰਾਮ ਜੀ ਤੇ ਦੀਵਾਨ ਆਨੰਦ ਚੰਦ ਜੀ ਨੂੰ 1.25 ਲੱਖ ਦਾ ਤੰਬੋਲ ਦੇ ਕੇ ਭੇਜਿਆ, ਕਿਉਂਕਿ ਰਾਜੇ ਫਤਿਹ ਸ਼ਾਹ ਨੇ ਬੇਨਤੀ ਕੀਤੀ ਮਹਾਰਾਜ ਮੇਰੀ ਬੇਟੀ ਦੇ ਵਿਆਹ 'ਚ ਆਓ। ਸਤਿਗੁਰੂ ਜੀ ਕਹਿਣ ਲੱਗੇ ਸਾਡਾ ਤਾਂ ਜਾਣ ਨਹੀਂ ਬਣਨਾ, ਕਿਉਂਕਿ ਕਈ ਕਾਰਨ ਹਨ। ਜਿੱਥੇ ਅਸੀਂ ਜਾਂਦੇ ਹਾਂ ਸਾਡੇ ਨਾਲ ਹਜ਼ਾਰਾਂ ਸੰਗਤਾਂ ਤੁਰ ਪੈਂਦੀਆਂ ਤੇ ਹਜ਼ਾਰਾਂ ਹੀ ਸਾਡੇ ਕੋਲ ਫੌਜਾਂ ਨੇ। ਤੁਸੀਂ ਸਾਡੀਆਂ ਸੰਗਤਾਂ ਦੀ ਸੇਵਾ ਕਰੋਗੇ ਕਿ ਬਰਾਤ ਦੀ ਸੇਵਾ ਕਰੋਗੇ? ਇਸ ਕਰਕੇ ਅਸੀਂ ਆਪ ਨਹੀਂ ਆਵਾਂਗੇ, ਅਸੀਂ ਆਪਣਾ ਦੀਵਾਨ ਤੇ ਆਪਣੇ ਪ੍ਰੋਤ ਨੂੰ ਭੇਜਾਂਗੇ। ਪੰਡਿਤ ਦਇਆਰਾਮ ਜੀ ਗੁਰੂ ਘਰ ਦੇ ਖਾਨਦਾਨੀ ਪ੍ਰੋਤ ਸਨ, ਸੋਢੀ ਕੁਲ ਦੇ।
ਉਹਨਾਂ ਦੇ ਪਿਤਾ ਜਾਤੀ ਮਲਕ ਜੀ 6ਵੇਂ ਪਾਤਸ਼ਾਹ ਦੀ ਫੌਜ ਦੇ ਜਰਨੈਲ, ਉਹਨਾਂ ਦੇ ਵੱਡੇ ਸੰਘਾ ਪ੍ਰੋਤ ਇਹ ਗੁਰੂ ਘਰ ਦੇ ਬੜੇ ਪਿਆਰ ਵਾਲੇ ਗੁਰਸਿੱਖ ਸਨ। ਤੇ ਦੀਵਾਨ ਆਨੰਦ ਚੰਦ ਉਮਰ ਸਾਹ ਦਾ ਪੋਤਰਾ ਸੀ ਡਰੋਲੀ ਭਾਈ ਕੀ ਤੋਂ। ਇਹਨਾਂ ਦੋਵਾਂ ਨੂੰ 1.25 ਲੱਖ ਦਾ ਤੰਬੋਲ ਦੇ ਕੇ ਗੁਰੂ ਜੀ ਨੇ ਸ੍ਰੀਨਗਰ ਵੱਲ ਤੋਰ ਦਿੱਤਾ। ਔਰ ਇਧਰੋਂ ਰਾਜਾ ਭੀਮ ਚੰਦ ਬਰਾਤ ਲੈ ਕੇ ਨਾਨ ਟੱਪ ਗਿਆ ਤੇ ਪੌਂਟਾ ਸਾਹਿਬ ਤੋਂ 3-4 ਕਿਲੋਮੀਟਰ ਉਹਨਾਂ ਜਦੋਂ ਪਹੁੰਚਿਆ ਤੇ ਅੱਗੇ ਗੁਰੂ ਸਾਹਿਬ ਦੀਆਂ ਫੌਜਾਂ ਮੋਰਚੇ ਲਾਈ ਬੈਠੀਆਂ। ਉੱਥੇ ਫਿਰ ਟਿਕ ਕੇ ਰਾਜੇ ਖਲੋ ਗਏ, ਕਹਿਣ ਲੱਗੇ ਵੀ ਗੁਰੂ ਸਾਹਿਬ ਤੋਂ ਰਸਤਾ ਪੁੱਛ ਕੇ ਲਈਏ, ਇਵੇਂ ਲੰਘਾਂਗੇ ਤਾਂ ਜੰਗ ਹੋਵੇਗਾ। ਆਪਣੇ ਵਜ਼ੀਰ ਨੂੰ ਭੇਜਿਆ, ਸਤਿਗੁਰੂ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕਰੋ ਸਾਨੂੰ ਰਸਤਾ ਦੇ ਦੇਣ, ਇੱਕ ਵਾਰੀ ਅਸੀਂ ਜਾ ਆਈਏ, ਵਿਆਹ ਕਰਕੇ ਆਉਂਦਿਆਂ ਮਹਾਰਾਜ ਤੁਹਾਨੂੰ ਮੱਥਾ ਟੇਕ ਕੇ ਜਾਵਾਂਗੇ। ਇਸ਼ਾਰਾ ਇਹ ਸੀ ਵੀ ਤੁਹਾਨੂੰ ਆ ਕੇ ਵੇਖਾਂਗੇ, ਜੇ ਤੁਸੀਂ ਸਾਡਾ ਰਸਤਾ ਰੋਕਦੇ ਹੋ ਤੇ ਫਿਰ ਤੁਹਾਨੂੰ ਮਿਲਾਂਗੇ, ਟੱਕਰਾਂਗੇ। ਪਰ ਵਿੱਚੋਂ ਬੋਲੀ ਇਹ ਸੀ, ਅੰਦਰੋਂ ਗੱਲ ਹੋਰ ਸੀ, ਮੂੰਹ ਤੋਂ ਕੁਝ ਹੋਰ ਸੀ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਕਲਗੀਧਰ ਪਾਤਸ਼ਾਹ ਅੰਤਰਜਾਮੀ ਕਹਿਣ ਲੱਗੇ, ਜਿਹੜਾ ਮੱਥਾ ਆ ਕੇ ਟੇਕਣਾ ਉਹ ਐਵੇਂ ਸਿਰ ਤੇ ਕਰਜ਼ਾ ਚੁੱਕੀ ਫਿਰੋਗੇ, ਜਾਂਦੇ ਟੇਕ ਕੇ ਜਾਓ। ਅਸੀਂ ਜੰਗ ਕਰਿਆ ਬਿਨਾਂ ਨਹੀਂ ਜਾਣ ਦੇਣਾ, ਬਰਾਤ ਨੂੰ ਨਹੀਂ ਅਸੀਂ ਰੋਕਦੇ, ਪਰ ਤੁਸੀਂ ਬਰਾਤ ਲੈ ਕੇ ਨਹੀਂ ਆਏ, ਤੁਸੀਂ ਫੌਜ ਲੈ ਕੇ ਆਏ ਹੋ। ਸਾਰੇ ਰਾਜੇ 22 ਧਾਰ ਦੇ ਆਪਣੀਆਂ ਫੌਜਾਂ ਕਿਉਂ ਲੈ ਕੇ ਆਏ ਹੋ? ਤੁਹਾਡਾ ਇਰਾਦਾ ਵੀ ਗੁਰੂ ਦੇ ਨਾਲ ਜੰਗ ਕਰਨਾ ਤੇ ਗੁਰੂ ਨੂੰ ਨੀਵਾਂ ਵਿਖਾਣਾ। ਤੇ ਮਹਾਰਾਜ ਕਹਿੰਦੇ ਜਿਹੜਾ ਕੰਮ ਤੁਸੀਂ ਬਾਅਦ ਚ ਕਰਨਾ ਨਾ, ਹੁਣ ਕਰਕੇ ਹੀ ਜਾਓ। ਇਹ ਜਦੋਂ ਸਾਫ਼ ਜਵਾਬ ਦੇਤਾ ਵੀ ਅਸੀਂ ਰਸਤਾ ਨਹੀਂ ਦਿੰਦੇ, ਤਾਂ ਉਹ ਵਜ਼ੀਰ ਵਾਪਸ ਗਿਆ। ਰਾਜਾ ਭੀਮ ਚੰਦ ਨੂੰ ਤੇ ਬਾਕੀ ਰਾਜਿਆਂ ਨੂੰ, ਗੋਪਾਲ ਚੰਦ ਗੁਲੇਰੀਏ ਨੂੰ, ਕੇਸਰੀ ਚੰਦ ਨੂੰ, ਇਹਨਾਂ ਸਾਰਿਆਂ ਨੂੰ ਦੱਸਿਆ। ਉਸ ਤੋਂ ਅਗਲੀ ਕਥਾ ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਦੂਸਰੀ ਰੁੱਤ ਵਿੱਚ ਵਰਣਨ ਕੀਤੀ ਹੈ। ਆਓ ਆਪਣੀਆਂ ਮਨ ਬਿਰਤੀਆਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਕਲਗੀਧਰ ਪਾਤਸ਼ਾਹ ਦੇ ਚਰਨਾਂ ਸ੍ਰੀ ਪੌਂਟਾ ਸਾਹਿਬ ਲੈ ਚੱਲੀਏ ਤੇ ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭੀਮ ਚੰਦ ਸੁਧ ਗੁਰੂ ਕੀ। ਰਾਜਾ ਭੀਮ ਚੰਦ ਗੁਰੂ ਸਾਹਿਬ ਦੀ ਖਬਰ ਉਡੀਕ ਰਿਹਾ ਵੀ ਕੀ ਕਹਿੰਦੇ ਨੇ, ਮੇਰੇ ਵਜ਼ੀਰ ਨੂੰ ਕੀ ਜਵਾਬ ਦੇਣਗੇ। ਕਰਤ ਪ੍ਰਤੀਖਨ ਚੀਤ। ਲਗਾਤਾਰ ਉਡੀਕੀ ਜਾਂਦਾ, ਹੁਣੇ ਵਜ਼ੀਰ ਆ ਕੇ ਕੋਈ ਖਬਰ ਸੁਣਾਏਗਾ, ਹੁਣੇ ਆਵੇਗਾ। ਗਮਨਿਓ ਛੀਗਰ ਟਿਕਾਓ ਹਿਤ। ਕਿਉਂਕਿ ਰਾਜੇ ਭੀਮ ਚੰਦ ਨੂੰ ਬੜਾ ਚਾਹ ਹੈ ਆਪਣੇ ਮੁੰਡੇ ਦੀ ਬਰਾਤ ਲੈ ਕੇ ਮੈਂ ਛੇਤੀ ਨਾਲ ਕੁੜਮਾਂ ਦੇ ਘਰ ਪਹੁੰਚਾਂ ਤੇ ਉੱਥੇ ਮੈਂ ਜਾ ਕੇ ਆਪਣੇ ਪੁੱਤਰ ਦੀਆਂ ਲਾਵਾਂ ਕਰਾਵਾਂ, ਡੋਲੀ ਲੈ ਕੇ ਆਵਾਂ ਤੇ ਫੇਰ ਗੁਰੂ ਨਾਲ ਟੱਕਰਾਂਗਾ। ਸੋ ਇਹ ਬੜੀ ਭਾਰੀ ਉਡੀਕ ਹੈ ਉਹਦੇ ਮਨ ਵਿੱਚ। ਮਿਲਹਿ ਅਨਕ ਨ੍ਰਿਪ ਮੀਤ। ਉੱਥੇ ਸਾਰੇ ਰਾਜੇ ਇਕੱਠੇ ਹੋਣਗੇ, ਕੁਝ ਤਾਂ ਮੇਰੇ ਨਾਲ ਬਰਾਤ ਵਿੱਚ ਜਾ ਰਹੇ ਨੇ, ਕੁਝ ਰਾਜਾ ਫਤਿਹ ਸ਼ਾਹ ਦੀ ਲੜਕੀ ਦੇ ਮੇਲ ਵਿੱਚ ਵੀ ਆਏ ਹੋਏ ਨੇ। ਅਸੀਂ ਸਾਰੇ ਪਹਾੜੀ ਭਰਾ ਇਕੱਠੇ ਹੋਵਾਂਗੇ 22 ਧਾਰ ਦੇ, ਇਕੱਠੇ ਹੋ ਕੇ ਫਿਰ ਗੁਰੂ ਨਾਲ ਕਿਵੇਂ ਨਿਪਟਣਾ ਹੈ ਇਹ ਵਿਚਾਰ ਵਟਾਂਦਰਾ ਕਰਾਂਗੇ। ਚੌਪਈ ਉਤਰ ਤੁਰੰਗ ਤਤਕਾਲ ਵਜ਼ੀਰ। ਕਹਿੰਦੇ ਵਜ਼ੀਰ 20 ਬੰਦੇ ਨਾਲ ਲੈ ਕੇ ਆਇਆ ਸੀ। ਪੌਂਟੇ ਸਾਹਿਬ ਕਲਗੀਧਰ ਪਾਤਸ਼ਾਹ ਨੂੰ ਮਿਲਿਆ ਸੀ, ਸਤਿਗੁਰੂ ਜੀ ਨਾਲ ਬਚਨ ਬਿਲਾਸ ਕਰਕੇ ਸਤਿਗੁਰੂ ਜੀ ਨੇ ਜਵਾਬ ਦੇਤਾ ਵੀ ਅਸੀਂ ਰਾਹ ਨਹੀਂ ਦੇਣਾ, ਜੇ ਜਿਵੇਂ ਰਾਜੇ ਰਾਹ ਲੈਣਾ ਚਾਹੁੰਦੇ ਉਵੇਂ ਲੈ ਲੈਣ, ਉੱਦਾਂ ਅਸੀਂ ਨਹੀਂ ਲੰਘਣ ਦਿੰਦੇ। ਸਾਡਾ ਇੱਥੇ ਮੋਰਚਾ ਹੈ, ਅਸੀਂ ਸ਼ਸਤਰਧਾਰੀ ਫੌਜ ਨਹੀਂ ਲੰਘਣ ਦੇਣੀ, ਉੱਦਾਂ ਬਰਾਤ ਲੈ ਕੇ ਲੰਘ ਜਾਣਾ ਵੱਖਰੀ ਗੱਲ ਹੈ। ਤੇ ਜਦੋਂ ਮਹਾਰਾਜ ਦਾ ਇਹ ਜਵਾਬ ਲੈ ਕੇ ਵਜ਼ੀਰ ਵਾਪਸ ਪਰਤਿਆ, ਘੋੜੇ ਤੋਂ ਉਤਰਿਆ, ਪਹੁੰਚਿਓ ਚੱਲ ਗਿਰਪਤ ਕੇ ਤੀਰ। ਰਾਜੇ ਭੀਮ ਚੰਦ ਦੇ ਰਾਜਾ ਕੇਸਰੀ ਚੰਦ, ਗੋਪਾਲ ਚੰਦ ਗੁਲੇਰੀਆ, ਹੋਰ ਜਿਹੜੇ ਰਾਜੇ ਬੈਠੇ ਸਨ 22 ਧਾਰ ਦੇ, ਮੁਸਕਾਵਤ ਮੁਖ ਨਿਕਟ ਪਿਠਾਰਾ। ਉਹਨਾਂ ਦੇ ਕੋਲ ਦੇਵੀਦਾਸ ਵਜ਼ੀਰ ਗਿਆ। ਰਾਜੇ ਭੀਮ ਚੰਦ ਨੇ ਮੁਸਕਾਂਦਿਆਂ ਹੋਇਆਂ ਕੋਲ ਬਿਠਾ ਲਿਆ। ਕਹੋ ਕਹਾ ਸਤਿਗੁਰੂ ਉਚਾਰਾ। ਸੁਣਾ ਬਈ ਦੇਵੀਦਾਸ, ਗੁਰੂ ਕਲਗੀਧਰ ਪਾਤਸ਼ਾਹ ਨੇ ਤੈਨੂੰ ਕੀ ਜਵਾਬ ਦਿੱਤਾ ਹੈ, ਕੀ ਆਖਿਆ ਹੈ? ਸੁਨ ਮੰਤਰੀ ਕਰ ਜੋਰ ਬਖਾਨਾ। ਮੰਤਰੀ ਨੇ ਹੱਥ ਜੋੜ ਕੇ ਆਖਿਆ, ਰਾਜਾ ਜੀ ਕਲਗੀਧਰ ਤੁਮਰੋ ਚਲ ਜਾਣਾ। ਹੇ ਰਾਜਾ ਭੀਮ ਚੰਦ ਜੀ,
ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਗੁਰੂ ਗੋਬਿੰਦ ਸਿੰਘ ਕੋਲ ਆਤਮਿਕ ਸ਼ਕਤੀਆਂ ਹਨ, ਗੁਰੂ ਕੋਲ ਵੈ ਰੂਹਾਨੀ ਪਾਵਰਾਂ ਹਨ, ਤੇ ਗੁਰੂ ਬੰਦੇ ਦੇ ਦਿਲ ਦੀ ਜਾਣ ਲੈਂਦਾ ਹੈ, ਅੰਤਰਜਾਮੀ ਹੈ, ਘਟ ਘਟ ਦੀ ਜਾਣਨ ਵਾਲਾ ਹੈ। ਉਸਨੇ ਤੁਹਾਡਾ ਛਲ ਕਪਟ ਜਾਣ ਲਿਆ ਹੈ। ਆਪਨੋ ਅਰਥ ਹੇਤ ਬਨ ਮੀਤਾ। ਕਿਉਂਕਿ ਗੁਰੂ ਨੂੰ ਪਤਾ ਹੈ ਕਿ ਆਪਾਂ ਗੁਰੂ ਤੋਂ ਰਸਤਾ ਮੰਗ ਰਹੇ ਹਾਂ, ਬੜੇ ਮਿੱਠੇ ਪਿਆਰੇ ਬਣ ਕੇ ਮੰਗ ਰਹੇ ਹਾਂ, ਅੰਦਰ ਸਾਡੇ ਮਿਠਾਸ ਨਹੀਂ ਹੈ, ਅੰਦਰ ਸਾਡੇ ਪ੍ਰੇਮ ਨਹੀਂ ਹੈ, ਅੰਦਰ ਸਾਡੇ ਦੋਸਤੀ ਦਾ ਖਿਆਲ ਨਹੀਂ ਹੈ, ਅੰਦਰ ਸਾਡੇ ਦੁਸ਼ਮਣੀ ਹੈ। ਤੇ ਗੁਰੂ ਸਮਝਦਾ ਹੈ ਵੀ ਇਹ ਹੁਣ ਆਪਣੇ ਮਤਲਬ ਲਈ ਸਾਡੇ ਮਿੱਤਰ ਬਣਦੇ ਪਏ ਹਨ। ਪੁਨ ਤਤ ਛਿਨ ਹੋਵਤ ਵਿਪਰੀਤਾ। ਜਦੋਂ ਇਹਨਾਂ ਦਾ ਕੰਮ ਨਿਕਲ ਗਿਆ, ਜਦੋਂ ਇਹਨਾਂ ਨੂੰ ਰਸਤਾ ਮਿਲ ਗਿਆ, ਇਹ ਪਹਾੜੀਏ ਇੱਕਦਮ ਬਿਲਟ ਜਾਣਗੇ, ਬਦਲ ਜਾਣਗੇ, ਤੇ ਸਾਡੇ ਨਾਲ ਵੈਰ ਵਿਰੋਧ ਪਹਿਲੀ ਤਰ੍ਹਾਂ ਹੀ ਕਰਨਗੇ। ਸਾਹਿਬ ਕਰਾਮਾਤ ਗੁਰਪੂਰਾ। ਇਹ ਰਾਜਾ ਜੀ, ਗੁਰੂ ਗੋਬਿੰਦ ਸਿੰਘ ਕਰਾਮਾਤਾਂ ਦਾ ਖਜ਼ਾਨਾ ਹੈ, ਰੂਹਾਨੀ ਸ਼ਕਤੀਆਂ ਦਾ, ਪਾਵਰਾਂ ਦਾ ਮਾਲਕ ਹੈ। ਉਹ ਗੁਰੂ ਨਾਨਕ ਦੀ ਗੱਦੀ ਦਾ 10ਵਾਂ ਵਾਰਿਸ ਹੈ। ਉਹਦੇ ਕੋਲ ਗੁਰੂ ਨਾਨਕ ਦੀਆਂ ਰੂਹਾਨੀ ਸ਼ਕਤੀਆਂ ਮੌਜੂਦ ਹਨ। ਕਿਮ ਬੁਝ ਸਕਹਿ ਤਿਨਹੋ ਟਿਗ ਕੂਰਾ। ਦੇਵੀਦਾਸ ਵਜ਼ੀਰ ਸ਼ਰਧਾਲੂ ਸੀ, ਉਹ ਗੁਰੂ ਸਾਹਿਬ ਦੀ ਮਹਿਮਾ ਜਾਣਦਾ ਸੀ। ਰਾਜੇ ਭੀਮ ਚੰਦ ਦੀ ਕਚਹਿਰੀ ਵਿੱਚ ਇੱਕ ਦੇਵੀਦਾਸ ਸੀ ਜਿਹੜਾ ਗੁਰੂ ਘਰ ਦਾ ਪੱਖ ਲੈ ਕੇ ਬੋਲਦਾ ਸੀ। ਕਹਿਣ ਲੱਗਾ ਉਹਦੇ ਨਾਲ, ਗੁਰੂ ਦੇ ਨਾਲ ਛਲ ਕਪਟ ਝੂਠ ਨਹੀਂ ਚੱਲਣਾ। ਕਹੀ ਜਾਏ ਕਰ ਅਧਿਕ ਪ੍ਰਸ਼ੰਸਾ। ਮੈਂ ਤਾਂ ਤੁਹਾਡੇ ਵੱਲੋਂ ਜਿੰਨੀ ਤੁਸੀਂ ਗੁਰੂ ਦੀ ਪ੍ਰਸ਼ੰਸਾ ਕੀਤੀ ਸੀ ਨਾ, ਉਹਦੇ ਨਾਲੋਂ ਦੁੱਗਣੀ ਕੀਤੀ ਹੈ ਜਾ ਕੇ। ਤੁਹਾਡੀਆਂ ਗੱਲਾਂ ਨੂੰ ਮੈਂ ਬੜਾ ਲਿਪ ਪੋਚ ਕੇ ਗੁਰੂ ਦੇ ਸਾਹਮਣੇ ਪੇਸ਼ ਕੀਤਾ ਹੈ। ਸੁਨ ਕਰ ਸੋੜ ਬੰਸ ਅਵਤੰਸ਼ਾ। ਪਰ ਸੋਢੀ ਕੁਲ ਦੀਪਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੇਰੀਆਂ ਗੱਲਾਂ ਸੁਣ ਕੇ ਕਪਟ ਸਮੇਤ ਜਾਨ ਨਹੀਂ ਮਾਨੀ। ਮੇਰੀਆਂ ਗੱਲਾਂ ਮੰਨੀਆਂ ਨਹੀਂ। ਗੁਰੂ ਨੇ ਸਾਫ਼ ਹੀ ਕਹਿ ਦਿੱਤਾ ਕਿ ਵਜ਼ੀਰ ਜੀ ਤੁਸੀਂ ਨਹੀਂ ਬੋਲ ਰਹੇ, ਤੁਹਾਡੇ ਵਿੱਚ ਰਾਜੇ ਭੀਮ ਚੰਦ ਦਾ ਕਪਟ ਬੋਲ ਰਿਹਾ ਹੈ, ਉਹਨਾਂ ਦਾ ਛਲ ਬੋਲ ਰਿਹਾ ਹੈ, ਉਹਨਾਂ ਦੀ ਬੇਈਮਾਨੀ ਬੋਲ ਰਹੀ ਹੈ। ਇਸ ਕਰਕੇ ਗੁਰੂ ਨੇ ਮੇਰੀ ਕੋਈ ਵੀ ਗੱਲ ਨਹੀਂ ਮੰਨੀ। ਪਰੀ ਵੀਰ ਰਸ ਗਿਰਾ ਬਖਾਨੀ। ਬਲਕਿ ਗੁਰੂ ਨੇ ਬੜੀ ਦਲੇਰੀ ਨਾਲ, ਬੜੇ ਹੌਸਲੇ ਨਾਲ ਆਹ ਗੱਲਾਂ ਕਹਿ ਕੇ ਭੇਜਿਆ ਹੈ। ਇਸ ਮਗ ਮਹਿ ਨਹਿ ਉਲਗਣ ਦਹਿਓ। ਗੁਰੂ ਨੇ ਆਖਿਆ ਭਾਵੇਂ ਧਰਤੀ ਅਸਮਾਨ ਬਦਲ ਜਾਵੇ, ਫੌਜਾਂ ਸਮੇਤ ਅਸੀਂ ਪੌਂਡੇ ਤੋਂ ਨਹੀਂ ਲੰਘਣ ਦੇਣਾ ਭੀਮ ਚੰਦ ਨੂੰ। ਜੋ ਮਰਜ਼ੀ ਹੋ ਜਾਵੇ, ਕਹਿੰਦੇ ਜੋ ਮਰਜ਼ੀ ਹੋ ਜਾਏ, ਅਸੀਂ ਇੱਥੋਂ ਨਹੀਂ ਲੰਘਣ ਦਿਆਂਗੇ ਭੀਮ ਚੰਦ ਨੂੰ। ਰੋਕ ਬਿਲੋਕਤ ਸ਼ੋਕ ਉਪੈ ਹੋ। ਜੇ ਕਿਤੇ ਜ਼ਬਰਦਸਤੀ ਲੰਘਣ ਦੀ ਕੋਸ਼ਿਸ਼ ਭੀਮ ਚੰਦ ਨੇ ਕੀਤੀ ਤੇ ਇੱਥੇ ਰੋਕਾਂਗੇ। ਤੇ ਜਿਹੜਾ ਉਹ ਖੁਸ਼ੀਆਂ ਦੇ ਮਾਹੌਲ ਵਿੱਚ ਜਾ ਰਿਹਾ ਨਾ, ਉਹ ਖੁਸ਼ੀਆਂ ਦਾ ਮਾਹੌਲ ਰਹਿਣਾ ਨਹੀਂ ਤੇ ਘਰ 'ਚ ਸੋਗ ਪੈ ਜਾਏਗਾ। ਪਤਾ ਨਹੀਂ ਕਿਹੜੇ ਕਿਹੜੇ ਸੂਰਮਿਆਂ ਦੇ ਸਿਰ ਲੈਣਗੇ, ਕਿਹਨਾਂ ਦੀਆਂ ਛਾਤੀਆਂ 'ਚ ਮੇਰੇ ਤੀਰ ਠੰਡੇ ਹੋਣਗੇ, ਉਹਦਾ ਪਤਾ ਸਮਾਂ ਹੀ ਦੱਸੇਗਾ। ਜੇ ਗਿਰ ਪਤਨ ਵਿਖੈ ਬਲ ਭਾਰੀ। ਜੇ ਪਹਾੜੀ ਰਾਜਾਂ ਵਿੱਚ ਜ਼ਿਆਦਾ ਹੀ ਬਲ ਹੈ, ਜ਼ਿਆਦਾ ਹੀ ਆਪਣੀ ਤਾਕਤ ਦਾ ਹੰਕਾਰ ਕਰਦੇ ਨੇ, ਦਲ ਸਕੇਲ ਚਲ ਆਓ ਅਗਾਰੀ। ਤੇ ਉਹਨੂੰ ਕਹੋ ਸਾਰੀਆਂ ਫੌਜਾਂ ਇਕੱਠੀਆਂ ਕਰਕੇ ਇੱਕੋ ਵਾਰੀ ਲੈ ਆਵੇ। ਭੀਮ ਚੰਦ ਨੂੰ ਅਸੀਂ ਇੱਕ ਵਾਰੀ ਤਾਂ ਦਿਨੇ ਤਾਰੇ ਵਿਖਾ ਦੇਾਂਗੇ। ਬਿਗਰੇ ਰਹੋ ਆਨੰਦਪੁਰ ਜਬ ਕੇ। ਜਦੋਂ ਦੇ ਅਸੀਂ ਆਨੰਦਪੁਰ ਸਾਹਿਬ ਰਹਿੰਦੇ ਸੀ, ਤੁਸੀਂ ਸਾਡੇ ਨਾਲ ਉਦੋਂ ਦੇ ਵਿਗੜੇ ਹੋਏ। ਕਲਗੀਧਰ ਪਾਤਸ਼ਾਹ ਨੇ ਕਿਹਾ ਵੀ ਇਹ ਪਹਾੜੀ ਰਾਜਿਓ, ਖਾਸ ਕਰਕੇ ਭੀਮ ਚੰਦ, ਤੁਸੀਂ ਸਾਡੇ ਨਾਲ ਉਦੋਂ ਦੇ ਵਿਗੜੇ ਹੋਏ ਹੋ ਜਦੋਂ ਦੇ ਅਸੀਂ ਆਨੰਦਪੁਰ ਵਿੱਚ ਨਿਵਾਸ ਕਰਦੇ ਹੁੰਦੇ ਸੀ। ਲਰਬੇ ਤਿਆਰ ਹੈ ਹਮ ਤਬ ਕੇ। ਉਦੋਂ ਦੇ ਅਸੀਂ ਤਿਆਰ ਹਾਂ ਲੜਨ ਨੂੰ। ਅਸੀਂ ਉਦੋਂ ਵੀ ਸ਼ਸਤਰ ਸਜਾਏ ਹੋਏ ਸੀ, ਉਦੋਂ ਵੀ ਤਿਆਰੀ ਸੀ। ਜੇ ਕਿਤੇ ਤੁਸੀਂ ਉਦੋਂ ਵੀ ਆ ਜਾਂਦੇ ਤੇ ਅਸੀਂ ਉਦੋਂ ਵੀ ਤੁਹਾਨੂੰ ਹੱਥ ਵਿਖਾਣੇ ਸਨ। ਜੰਗ ਖੇਤ ਅਬਿਲਾਖਾ ਰਾਖੀ। ਸਾਡੇ ਮਨ 'ਚ ਤਾਂ ਇੱਕੋ ਹੀ ਇੱਛਾ ਰਹਿੰਦੀ ਹੈ, ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁੱਧ ਕੇ ਜਾਏ। ਅਸੀਂ ਜੰਗ ਦੀ ਇੱਛਾ ਰੱਖਦੇ ਹਾਂ, ਜੰਗ ਦੀ ਇੱਛਾ ਲੈ ਕੇ ਹੀ ਆਏ ਹਾਂ। ਹੋਰ ਸਾਨੂੰ ਸੰਸਾਰ ਤੇ ਆਉਣ ਦਾ ਪ੍ਰਯੋਜਨ ਹੀ ਕੋਈ ਨਹੀਂ। ਮਹਾਰਾਜ ਕਹਿੰਦੇ ਯਾਹੀ ਕਾਜ ਤਲਾ ਹਮ ਜਨਮੰ ਸਮਝ ਲਿਓ ਸਾਧੂ ਸਭ ਮਨ ਮਨ। ਕੀ ਪ੍ਰਯੋਜਨ ਹੈ? ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ।
ਅਸੀਂ ਦੁਸ਼ਟਾਂ ਪਾਪੀਆਂ ਦੀ ਜੜ ਪੁੱਟਣ ਲਈ ਆਏ ਹਾਂ। ਪਰ ਬਹੁ ਅਬਹਿ ਆਨ ਗੁਰ ਪਾਖੀ। ਤੇ ਜੇ ਤੁਹਾਨੂੰ ਵੀ ਜੰਗ ਕਰਨ ਦਾ ਸ਼ੌਂਕ ਹੈ ਰਾਜਾ ਭੀਮ ਚੰਦ, ਤਾਂ ਫਿਰ ਆ ਕੇ ਆਪਣੀ ਇੱਛਾ ਪੂਰੀ ਕਰ ਲੈ। ਕਰਨ ਸੰਧ ਕੋ ਕਾਜ ਨਾ ਕੋਈ। ਤੁਹਾਡੇ ਨਾਲ ਸੰਧੀ ਕਰਨ ਦਾ, ਤੁਹਾਡੇ ਨਾਲ ਮੇਲ ਮਿਲਾਪ ਕਰਨ ਦਾ ਸਾਨੂੰ ਕੋਈ ਕੰਮ ਨਹੀਂ, ਕੋਈ ਲੋੜ ਨਹੀਂ। ਅਸੀਂ ਤੁਹਾਡੇ ਨਾਲ ਸੰਧੀ ਕਿਉਂ ਕਰੀਏ? ਸਾਨੂੰ ਤੁਹਾਡੇ ਨਾਲ ਕੀ ਗਰਜ ਹੈ? ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਨਾ, ਉਹਨਾਂ ਨੂੰ ਗਰਜ ਨਹੀਂ ਹੁੰਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਜਿਹਨੂੰ ਗਰਜ ਨਹੀਂ ਨਾ ਹੁੰਦੀ ਉਹ ਬਾਦਸ਼ਾਹ ਹੁੰਦਾ, ਤੇ ਜਿਹਨੂੰ ਗਰਜ ਹੁੰਦੀ ਹੈ ਉਹ ਭਿਖਾਰੀ ਹੁੰਦਾ। ਇਸ ਦੁਨੀਆ ਵਿੱਚ ਰਾਜਾ ਤੇ ਭਿਖਾਰੀ ਕੌਣ ਨੇ? ਸਹੀ ਮਾਇਨਿਆਂ ਵਿੱਚ ਜਿਹਨੂੰ ਗਰਜ ਹੈ ਉਹ ਭਿਖਾਰੀ ਹੈ। ਜਿਹਨੂੰ ਕੋਈ ਗਰਜ ਨਹੀਂ, ਕੋਈ ਉਹਨੂੰ ਇੱਛਾ ਨਹੀਂ, ਕੋਈ ਉਹਦੀ ਮੰਗ ਨਹੀਂ, ਕੋਈ ਉਹਦਾ ਸਵਾਲ ਨਹੀਂ, ਉਹ ਕਿਸੇ ਦੀ ਵੀ ਪਰਵਾਹ ਨਹੀਂ ਕਰਦਾ। ਸ੍ਰੀ ਕਲਗੀਧਰ ਪਾਤਸ਼ਾਹ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ, ਮੈਨੂੰ ਸਿਰਫ ਤੇਰੀ ਕਿਰਪਾ ਦੀ ਗਰਜ ਹੈ। ਇੱਕ ਪਾਵਨ ਪੰਕਤੀ ਲਿਖੀ ਹੈ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ, ਕਹਿੰਦੇ ਨੇ, ਢੀਠ ਭਇਓ ਤਬ ਕਿਰਪਾ ਲਖਾਈ, ਐਨੋ ਫਿਰੋ ਸਭਨ ਭਇਓ ਰਾਈ। ਆਖੋ ਸ੍ਰੀ ਵਾਹਿਗੁਰੂ। ਇਹ ਹਜੂਰ ਆਪਣੇ ਮਨ ਦੀ ਗੱਲ ਆਪ ਲਿਖ ਰਹੇ ਨੇ। ਕਹਿੰਦੇ ਮੈਂ ਢੀਠ ਹੋ ਗਿਆ ਹਾਂ। ਕਾਹਦੇ ਆਸਰੇ ਤੇ ਬੰਦਾ ਢੀਠ ਐਵੇਂ ਨਹੀਂ ਹੁੰਦਾ, ਕੋਈ ਨਾ ਕੋਈ ਪਿੱਛੇ ਸਪੋਰਟ ਹੁੰਦੀ ਤਾਂ ਹੀ ਬੰਦਾ ਕੋ। ਮਾਂ ਪਿਓ ਦੇ ਸਿਰ ਤੇ ਨੌਜਵਾਨ ਕਈ ਵਾਰੀ ਕਹਿੰਦੇ ਮੇਰਾ ਬਾਪੂ ਬੈਠਾ ਆਪੇ ਸਾਂਭ ਲਏਗਾ। ਹਾਂ, ਮੇਰੇ ਨਾਲ ਫਲਾਣਾ MLA ਹੈ, ਫਲਾਣਾ MP ਮੇਰੇ ਨਾਲ ਹੈ, ਫਲਾਣਾ ਮੰਤਰੀ ਹੈ, ਫਲਾਣਾ ਆਪਣਾ ਬੰਦਾ, ਆਪਾਂ ਨੂੰ ਨਹੀਂ ਪਰਵਾਹ ਕਿਸੇ ਦੀ। ਹੁਣ ਕਲਗੀਧਰ ਪਾਤਸ਼ਾਹ ਕਹਿੰਦੇ ਮੈਂ ਕਿਹਦੀ ਪਰਵਾਹ ਕਰਾਂ, ਮੇਰੇ ਸਿਰ ਤੇ ਬੜਾ ਵੱਡਾ ਬੈਠਾ ਹੋਇਆ। ਆਖੋ ਸਤਿਨਾਮ। ਅਕਾਲ ਪੁਰਖ ਤੇਰੀ ਕਿਰਪਾ ਕਰਕੇ ਢੀਠ ਭਇਓ ਤਬ ਕਿਰਪਾ ਲਖਾਈ, ਐਂਡੋ ਫਿਰੋ ਮੈਂ ਆਰ ਤਿਆਰ ਬਰ ਤਿਆਰ ਰਹਿਣਾ। ਹਰ ਵੇਲੇ ਜੰਗ ਲਈ ਤਿਆਰ ਬਰ ਤਿਆਰ ਰਹਿਣਾ। ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ। ਢੀਠ ਭਇਓ ਤਬ ਕਿਰਪਾ ਲਖਾਈ, ਐਂਡੋ ਫਿਰੋ ਸਭਨ ਭਇਓ ਰਾਈ। ਮੈਂ ਸਾਰੀ ਦੁਨੀਆ ਦਾ ਬਾਦਸ਼ਾਹ ਹਾਂ। ਕਿਉਂ? ਕਿਉਂਕਿ ਮੇਰਾ ਅਕਾਲ ਪੁਰਖ ਬਾਦਸ਼ਾਹ ਹੈ, ਉਹ ਮੇਰੇ ਸਿਰ ਦੇ ਉੱਤੇ ਹੈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ, ਕਰਨ ਸੰਧ ਕੋ ਕਾਜ ਨਾ ਕੋਈ। ਰਾਜੇ ਭੀਮ ਚੰਦ ਨਾਲ ਜਾਂ ਪਹਾੜੀ ਰਾਜਿਆਂ ਨਾਲ ਅਸੀਂ ਸੰਧੀ ਕਰੀਏ, ਅਸੀਂ ਉਹਨਾਂ ਅੱਗੇ ਤਰਲੇ ਕੱਢੀਏ, ਅਸੀਂ ਉਹਨਾਂ ਨੂੰ ਰਸਤੇ ਦਈਏ, ਸਾਨੂੰ ਕੀ ਖੁਦਗਰਜੀ ਹੈ? ਕੀ ਸਾਨੂੰ ਲੋੜ ਹੈ? ਬਨਹਿ ਮਿਲਹਿ ਗਨ ਸ਼ਸਤਰਨ ਸੋਈ। ਰਾਜੇ ਭੀਮ ਚੰਦ ਨੂੰ ਕਹਿ ਦਿਆ ਜੇ ਵੀ ਉਹਦੀ ਤੇ ਸਾਡੀ ਮੁਲਾਕਾਤ ਜੰਗ ਦੇ ਮੈਦਾਨ ਵਿੱਚ ਹੀ ਹੋਵੇਗੀ। ਜਿਹੜੇ ਤੀਰ ਚੱਲਣਗੇ, ਜਿਹੜੀਆਂ ਗੋਲੀਆਂ ਚੱਲਣਗੀਆਂ, ਜਿਹੜੀਆਂ ਤੇਗਾਂ ਢਾਲਾਂ ਤੇ ਖੜਕਣਗੀਆਂ, ਉਹੀ ਗੱਲਬਾਤ ਹੋਵੇਗੀ। ਹੋਰ ਅਸੀਂ ਕੋਈ ਗੱਲਬਾਤ ਉਹਦੇ ਨਾਲ ਨਹੀਂ ਕਰਨੀ ਚਾਹੁੰਦੇ। ਖਰੇ 500 ਸੁਬਟ ਅਗਾਰੀ। 550 ਯੋਧੇ ਤਾਂ ਇੱਥੋਂ ਪੌਂਟਾ ਸਾਹਿਬ ਤੋਂ 1.5-2 ਮੀਲ ਅੱਗੇ ਪਹਿਲਾਂ ਹੀ ਗਏ ਹੋਏ ਨੇ, ਮੋਰਚਾ ਮੱਲ ਕੇ ਬੈਠੇ ਹੋਏ ਨੇ। ਕਰਹਿ ਪ੍ਰਤੀਖਨ ਤੁਮ ਅਸਵਾਰੀ। ਤੇ ਤੁਹਾਡੀ ਉਡੀਕ ਕਰ ਰਹੇ ਵੀ ਆਓ ਜਰਾ ਛੇਤੀ। ਤੁਹਾਨੂੰ ਉੱਥੇ ਦਾ ਜਿਹੜਾ ਉਹਨਾਂ ਨੇ ਲੱਡੂ ਜਲੇਬੀਆਂ ਖਵਾਉਣੀਆਂ ਨੇ ਫਤਿਹ ਸ਼ਾਹ ਨੇ, ਉਹ ਤਾਂ ਦੂਰ ਦੀ ਗੱਲ ਹੈ। ਪਹਿਲਾਂ ਅਸੀਂ ਇੱਥੇ ਪ੍ਰਸ਼ਾਦ ਛਕਾਵਾਂਗੇ ਪੌਂਟੇ ਵਿੱਚ। ਆ ਜਿਹੜੀਆਂ ਗੋਲੀਆਂ ਨੇ ਨਾ ਬੰਦੂਕਾਂ 'ਚ ਪਾ ਕੇ ਚਲਾਣੀਆਂ ਨੇ, ਇਹ ਸ਼ੱਕਰ ਪਾਰੇ ਨੇ। ਜਿਹੜੇ ਤੇਗੇ ਨੇ ਇਹ ਘੇਵਰ ਨੇ, ਜਿਹੜੇ ਢਾਲੇ ਨੇ ਇਹ ਸਾਡੇ ਪਰੋਸਣ ਵਾਸਤੇ ਵੱਡੀਆਂ ਵੱਡੀਆਂ ਟਰੇਆਂ ਨੇ, ਥਾਲ ਨੇ। ਤੇ ਮਹਾਰਾਜ ਕਹਿੰਦੇ ਆ ਫਿਰ ਜਦੋਂ ਜੰਗ ਦੇ ਮੈਦਾਨ 'ਚ ਪ੍ਰਸ਼ਾਦ ਵੰਡਾਂਗੇ ਨਾ, ਫਿਰ ਤੁਹਾਨੂੰ ਪਤਾ ਲੱਗੇਗਾ। ਗੁਰਦਲ ਮਹਿ ਨਹਿ ਬਿਮਲ ਰਤੀ ਕੀ। ਮਹਾਰਾਜ ਕਹਿੰਦੇ ਰੱਤੀ ਜਿੰਨੀ ਵੀ ਦੇਰੀ ਨਹੀਂ ਸਾਡੇ ਘਰ, ਤੁਹਾਡੇ ਘਰ ਲੜਾਈ ਤੋਂ ਦੇਰੀ ਹੋਣੀ ਹੈ, ਸਾਡੇ ਪੂਰੀ ਤਿਆਰੀ ਹੈ, ਬਸ ਨਗਾਰੇ ਚੋਭਾਂ ਵੱਜਣ ਦੀ ਦੇਰ ਹੈ। ਚਾਹੇ ਵੇਖਣ ਤੁਮ ਚੰਮੂ ਗਤੀ ਕੀ। ਅਸੀਂ ਤਾਂ ਵੇਖਣਾ ਚਾਹੁੰਦੇ ਹਾਂ ਵੀ ਤੁਹਾਡੀ ਫੌਜ 'ਚ ਕਿੰਨਾ ਕੁ ਦਮ ਹੈ। ਸਾਨੂੰ ਤਾਂ ਚਾਹ ਚੜਿਆ ਹੋਇਆ। ਬਾਣੀ ਦੇ ਵਿੱਚ ਬਚਨ ਆਉਂਦਾ, ਰਣ ਦੇਖ ਸੂਰੇ ਚਿੱਤ ਉਲਾਸ। ਸੂਰਮੇ ਨੂੰ ਤੇ ਚਾਹ ਚੜਿਆ ਹੁੰਦਾ ਜੰਗ ਦਾ ਨਾਂ ਸੁਣ ਕੇ। ਕਲਗੀਧਰ ਪਾਤਸ਼ਾਹ ਕਹਿੰਦੇ ਸਾਡੇ ਮਨ ਵਿੱਚ ਤਾਂ ਉਡੀਕ ਹੈ ਵੀ ਕਦੋਂ ਘੜੀ ਆਵੇ ਜਦੋਂ ਅਸੀਂ ਜ਼ਾਲਮਾਂ ਨਾਲ 2-2 ਹੱਥ ਕਰੀਏ। ਭੀਮ ਚੰਦ ਸੁਣ ਚਿੰਤ ਵਿਸਾਲਾ। ਇਹ ਸੁਣ ਕੇ ਰਾਜਾ ਭੀਮ ਚੰਦ ਚਿੰਤਾ 'ਚ ਪੈ ਗਿਆ ਹੈ। ਮੈਂ ਤਾਂ ਸੋਚਦਾ ਸੀ ਗੁਰੂ ਐਤਕੀ ਸਾਨੂੰ ਰਾਹ ਦੇ ਦੇਵੇਗਾ, ਸਾਡੀਆਂ ਗੱਲਾਂ 'ਚ ਆ ਜਾਵੇਗਾ, ਪਰ ਗੁਰੂ ਨੇ ਸਾਡੀ ਕੋਈ ਨਹੀਂ ਮੰਨੀ। ਪਰਿਓ ਵਿਗਨ ਕਿਮ ਹੋਏ ਨਾ ਟਾਲਾ। ਕਹਿੰਦੇ ਬੜਾ ਵੱਡਾ ਵਿਘਨ ਪੈ ਗਿਆ, ਇਹ ਟਾਲਾ ਨਹੀਂ ਹੋਣਾ, ਹੁਣ ਲੜਾਈ ਹੋਵੇਗੀ। ਵਿਆਹ ਦਿਵਸ ਅਬ ਆਏ ਨਜੀਕਾ। ਉਤੋਂ ਵਿਆਹ ਦਾ ਸਾਹ ਬੜਾ ਨੇੜੇ ਆ ਗਿਆ ਹੈ। ਜਿਸ ਦਿਨ ਕਾਕੇ ਅਜਮੇਰ ਚੰਦ ਦੀਆਂ ਲਾਵਾਂ ਹੋਣੀਆਂ ਨੇ, ਫੇਰੇ ਹੋਣੇ ਨੇ, ਉਹ ਦਿਨ ਬਹੁਤ ਹੀ ਲਾਗੇ ਆ ਗਿਆ ਹੈ। ਪਰ ਇਹ ਜੰਗ ਬੜ ਹੋਏ ਨਾ ਟੀਕਾ। ਤੇ ਜੇ ਜੰਗ ਹੋ ਗਿਆ
ਤੇ ਜੰਗ ਦੇ ਵਿੱਚ ਪਤਾ ਨਹੀਂ ਕੌਣ ਮਾਰਿਆ ਜਾਵੇ, ਮੁੰਡੇ ਦਾ ਪਿਓ ਮਾਰਿਆ ਜਾਵੇ, ਚਾਚਾ ਮਾਰਿਆ ਜਾਵੇ, ਮਾਮਾ ਮਾਰਿਆ ਜਾਵੇ, ਕੋਈ ਖਾਸ ਨੇੜੇ ਦਾ ਰਿਸ਼ਤੇਦਾਰ ਮਾਰਿਆ ਜਾਵੇ, ਵਿਆਹ ਕਾਹਦਾ ਰਹਿ ਗਿਆ ਫਿਰ? ਉਹ ਤਾਂ ਸਿਆਪਾ ਪੈ ਜਾਣਾ, ਫੌਜਾਂ ਵੀ ਮਰਨਗੀਆਂ, ਬੰਦੇ ਮਰਨਗੇ, ਨੁਕਸਾਨ ਹੋਵੇਗਾ। ਅਪਰ ਪੰਥ ਜੈਬੇ ਕੋਹ ਨਾਹੀ। ਤੇ ਇੱਥੋਂ ਪੌਂਟੇ ਤੋਂ ਬਿਨਾ ਇੱਥੋਂ ਰਸਤਾ ਹੋਰ ਉੱਥੇ ਜਾਣ ਦਾ, ਸ੍ਰੀਨਗਰ ਜਾਣ ਦਾ ਰਸਤਾ ਕੋਈ ਨਹੀਂ ਹੋਰ। ਜੇ ਕੋ ਅਹਿ ਦੂਰ ਕੋ ਜਾਹੀ। ਜੇ ਕੋਈ ਰਸਤਾ ਹੈ ਤਾਂ ਉਹ ਉੱਚਾ ਪਹਾੜਾਂ ਦੇ ਵਿੱਚੋਂ ਬਹੁਤ ਦੂਰ ਦਾ ਰਸਤਾ, ਵੜਾ ਪਾ ਕੇ ਜਾਂਦਾ। ਉੱਥੇ ਜਾਂਦਿਆਂ ਫਿਰ ਵਿਆਹ ਦਾ ਜਿਹੜਾ ਸਾਹਾ ਹੈ ਉਹ ਟਾਈਮ ਲੰਘ ਜਾਏਗਾ, ਵਿਆਹ ਦੇ ਟਾਈਮ ਤੇ ਬਰਾਤ ਪਹੁੰਚ ਨਹੀਂ ਸਕੇਗੀ। ਬਿਤ ਜਹ ਸਾਹੇ ਕੋ ਸਮੈ। ਕਿਉਂਕਿ ਸਨਾਤਨ ਮਤ ਦੇ ਵਿੱਚ ਸਾਹੇ ਦਾ ਬੜਾ ਵਿਚਾਰ ਕਰਦੇ ਨੇ। ਇੱਕ ਸਕਿੰਟ ਜਿਹੜਾ ਨਾ, ਮਿੰਟ ਤਾਂ ਸਕਿੰਟ ਦਾ ਵੀ ਖਿਆਲ ਰੱਖਦੇ ਆ ਵੀ ਅੱਗੇ ਪਿੱਛੇ ਨਾ ਹੋਵੇ, ਮਹੂਰਤ ਨਾ ਲੰਘ ਜਾਵੇ ਵਿਆਹ ਦੀ। ਕਹਿੰਦੇ ਜੇ ਕਿਤੇ ਮੈਂ ਕਿਸੇ ਹੋਰ ਰਸਤੇੋਂ ਬਰਾਤ ਲੈ ਕੇ ਜਾਵਾਂਗਾ ਤੇ ਜਿਹੜਾ ਵਿਆਹ ਦਾ ਮਹੂਰਤ ਹੈ ਉਹ ਲੰਘ ਜਾਵੇਗਾ। ਆਨ ਬਣੀ ਅਸਮੰਜਸ ਹਮੈ। ਬੜੀ ਅਣਬਣ ਬਣ ਗਈ ਹੈ, ਬੜੀ ਅਸਮੰਜਸ ਬਣ ਗਈ ਹੈ ਸਾਡੇ ਉੱਤੇ, ਹੁਣ ਕੀ ਕਰੀਏ? ਚਿਤਵਤ ਗਿਰਪਤ ਸਕਲ ਬੁਲਾਏ। ਇਹਦਾ ਸੋਚਦਿਆਂ ਹੋਇਆਂ ਰਾਜੇ ਭੀਮ ਚੰਦ ਨੇ ਸਾਰੇ 22 ਧਾਰ ਦੇ ਆਪਣੇ ਸਾਥੀ ਰਾਜਿਆਂ ਦੀ ਮੀਟਿੰਗ ਸੱਦ ਲਈ। ਕਰ ਆਦਰ ਨਿਜ ਨਿਕਟ ਬਿਠਾਏ। ਇਹ ਸਾਧ ਸੰਗਤ ਜੀ, ਪੌਂਟੇ ਸਾਹਿਬ ਤੋਰਾ ਨਾਣ ਵਾਲੇ ਪਾਸੇ ਨੂੰ ਇੱਕ ਰਸਤਾ ਫਟਦਾ ਹੈ, ਇੱਕ ਜਗਾਦਰੀ ਵਾਲਾ ਰਸਤਾ ਫਟਦਾ ਹੈ। ਉੱਥੇ ਕਰਕੇ ਕਿਤੇ ਰਾਜੇ ਭੀਮ ਚੰਦ ਨੇ ਆਪਣਾ ਕੈਂਪ ਲਾਇਆ ਹੋਇਆ ਸੀ। ਉੱਥੋਂ 2-2.5 ਕਿਲੋਮੀਟਰ ਦੀ ਅੱਗੇ ਪੌਂਟਾ ਸਾਹਿਬ ਹੈ, ਉੱਥੇ ਮਹਾਰਾਜ ਦੀਆਂ ਫੌਜਾਂ ਬੈਠੀਆਂ ਸਨ ਤੇ ਰਾਜੇ ਭੀਮ ਚੰਦ ਨੇ ਆਪਣੇ ਸਾਥੀ ਰਾਜਿਆਂ ਨੂੰ ਕੋਲ ਸਤਿਕਾਰ ਨਾਲ ਬਿਠਾਇਆ। ਮਿਲ ਮਸਲਤ ਕੀਜਹਿ ਅਬ ਕੈਸੇ। ਕਹਿਣ ਲੱਗਾ, ਭਰਾਓ ਬੜੀ ਕਸੂਤੀ ਸਥਿਤੀ 'ਚ ਫਸ ਗਏ ਆ, ਇੱਥੋਂ ਕਿਵੇਂ ਨਿਕਲੀਏ? ਕੋਈ ਸਲਾਹ ਕਰੀਏ, ਕੋਈ ਮਸ਼ਵਰਾ ਕਰੀਏ, ਕੋਈ ਸਲਾਹ ਦਿਓ ਮੈਨੂੰ, ਹੁਣ ਮੈਂ ਕੀ ਕਰਾਂ? ਸਮਦੀ ਸਦਨ ਪਹੁੰਚੇ ਜੈਸੇ। ਕੋਈ ਰਾਹ ਕੱਢੋ, ਛੇਤੀ ਤੋਂ ਛੇਤੀ ਆਪਾਂ ਕੁੜਮਾਂ ਦੇ ਘਰ ਪਹੁੰਚ ਜਾਈਏ। ਆਪਾਂ ਵਿਆਹ ਤੋਂ ਠੀਕ ਪਹਿਲਾਂ 1 ਜਾਂ 2 ਦਿਨ ਪਹੁੰਚਣੇ ਜ਼ਰੂਰੀ ਆ। ਪਹਾੜ ਦਾ ਰਸਤਾ ਹੈ, ਸਫ਼ਰ ਕਾਫੀ ਲੰਮਾ ਹੈ। ਗੁਰੂ ਕੰਨੇ ਤੇ ਇਹ ਸੁਧ ਆਈ। ਗੁਰੂ ਕੰਨੇ ਤੇ ਇਹ ਸੁਧ ਆਈ, ਇਹ ਪਹਾੜੀਆਂ ਦੀ ਬੋਲੀ ਹੈ। ਇਹ ਸਾਡੇ ਪੰਜਾਬ 'ਚ ਕਈ ਇਲਾਕੇ ਨੇ, ਜਿਵੇਂ ਮਾਝਾ, ਮਾਲਵਾ, ਦੁਆਬਾ। ਇੱਕ ਸਾਧ ਸੰਗਤ ਜੀ ਸਾਡਾ ਇਲਾਕਾ ਹੈ ਪੁਆਧ ਦਾ। ਪੁਆਧ ਇਹ ਅਨੰਦਪੁਰ ਸਾਹਿਬ ਤੋਂ ਕਹਿਲੂਰ ਰਿਆਸਤ ਤੋਂ ਲੈ ਕੇ ਅੰਬਾਲੇ ਤੱਕ, ਜਮਨਾ ਨਗਰ, ਜਗਾਦਰੀ ਤੱਕ, ਇੱਧਰ ਭੇਵੇ ਤੱਕ, ਇਹ ਸਾਰਾ ਪੁਆਧ ਦਾ ਇਲਾਕਾ ਹੈ। ਇਹ ਅਜੇ ਵੀ ਇਵੇਂ ਹੀ ਬੋਲਦੇ ਨੇ, ਫਲਾਣੇ ਕੰਨੀ ਤੇ ਸੱਦਾ ਆਇਆ, ਕਹਿੰਦੇ ਗੁਰੂ ਕੰਨੇ ਤੇ ਇਹ ਸੁਧ ਆਈ। ਇਹ ਬੋਲੀ ਹੈ ਉਹਨਾਂ ਦੀ। ਕਵਿਰਾਜ ਭਾਈ ਸੰਤੋਖ ਸਿੰਘ ਹੋਰਾਂ ਦੀ ਖਾਸੀਅਤ ਹੈ ਵੀ ਜਿਹੜਾ ਵੀ ਪਾਤਰ ਜਿਹੜੇ ਇਲਾਕੇ ਦਾ ਉਹ ਗੱਲ ਕਰ ਰਿਹਾ, ਉਹ ਆਪਣੀ ਬੋਲੀ 'ਚ ਹੀ ਕਰਦਾ, ਉਹਦੇ ਵਿੱਚ ਹੀ ਕਵੀ ਜੀ ਬਿਆਨ ਕਰ ਦਿੰਦੇ ਆ। ਭਾਈ ਸੰਤੋਖ ਸਿੰਘ ਨੇ ਬਹੁਤ ਸਾਰੀਆਂ ਬੋਲੀਆਂ ਵੱਖਰੇ ਵੱਖਰੇ ਇਲਾਕੇ ਦੀਆਂ ਗੁਰਪ੍ਰਤਾਪ ਵਿੱਚ ਵਰਤੀਆਂ ਨੇ। ਇਹ ਪੁਆਧ ਦੀ ਬੋਲੀ ਹੈ, ਪਹਾੜ ਦੀ ਬੋਲੀ ਹੈ ਕਿ ਗੁਰੂ ਕੰਨੇ, ਗੁਰੂ ਵੱਲੋਂ ਇਹ ਖਬਰ ਆਈ ਹੈ। ਦੇਤ ਨਾ ਮੰਗ ਦਿੜ ਹੇਤ ਲੜਾਈ। ਕਹਿੰਦੇ ਗੁਰੂ ਰਸਤਾ ਨਹੀਂ ਦਿੰਦਾ, ਗੁਰੂ ਲੜਾਈ ਨੂੰ ਤਿਆਰ ਬੈਠਾ ਹੈ। ਸੁਨ ਸੈਲਿੰਦਰਨ ਕਰ ਹੰਕਾਰਾ। ਇਹ ਗੱਲ ਸੁਣ ਕੇ ਰਾਜੇ ਭੀਮ ਚੰਦ ਦੀ, ਬਾਕੀ ਰਾਜੇ ਕੇਸਰੀ ਚੰਦ ਵਰਗੇ, ਕਿਰਪਾਲ ਚੰਦ ਕਟੋਚੀਆ ਤੇ ਗੋਪਾਲ ਚੰਦ ਗੁਲੇਰੀਆ ਬੜੇ ਹੰਕਾਰ ਨਾਲ ਬੋਲੇ। ਸਭ ਹਨ ਤੀਰਜ ਹੇਤ ਉਚਾਰਾ। ਰਾਜੇ ਭੀਮ ਚੰਦ ਨੂੰ ਹੌਸਲਾ ਦੇਣ ਲਈ ਬੜੇ ਮਾਣ ਨਾਲ ਬੋਲੇ ਹਨ। ਕਹਾ ਤਰਾਸ਼ਚਿਤ ਮੈਂ ਤੁਮ ਕੀਨੋ। ਏ ਮਹਾਰਾਜਾ ਭੀਮ ਚੰਦ ਜੀ, ਤੁਸੀਂ ਕਿਹੜੀ ਗੱਲ ਦਾ ਮਨ 'ਚ ਡਰ ਲਈ ਬੈਠੇ ਹੋ? ਇਤੋ ਕਟਕ ਇਕੱਤਰ ਕਰ ਲੀਨੋ। ਐਨੀ ਆਪਣੇ ਕੋਲ ਫੌਜ ਹੈ, ਇੰਨੇ ਹਾਥੀ ਘੋੜੇ ਨੇ, ਇੰਨੀਆਂ ਆਪਣੇ ਕੋਲ ਤੋਪਾਂ ਨੇ, ਇੰਨੇ ਹਥਿਆਰ ਨੇ। ਸੂਦੇ ਗਮਨ ਹੈ ਪੰਥ ਮਜਾਰੇ। ਆ ਫੌਜਾਂ ਕਾਹਦੇ ਵਾਸਤੇ ਲੈ ਕੇ ਤੁਰਿਆ ਜੇ? ਇੱਕ ਫਕੀਰ ਕੋਲੋਂ ਡਰ ਕੇ ਰਸਤਾ ਬਦਲਣਾ ਤਾਂ। ਉਹ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਹੈ, ਗੁਰੂ ਹੈ, ਅਸੀਂ ਰਾਜੇ ਆ। ਗੁਰੂ ਸਾਧ ਫਕੀਰ ਹੈ, ਅਸੀਂ ਰਾਜੇ ਆ। ਹੰਕਾਰ ਵਿੱਚ ਆਪਣੇ ਆਪ ਨੂੰ ਬੜਾ ਵੱਡਾ ਸਮਝਦੇ ਸਨ। ਕਹਿੰਦੇ ਉਹ ਸਾਧ ਫਕੀਰ ਗੁਰੂ ਗੋਬਿੰਦ ਸਿੰਘ ਸਾਡਾ ਰਾਹ ਰੋਕ ਜਾਵੇ, ਫਿਰ ਸਾਨੂੰ ਫੌਜਾਂ ਰੱਖਣ ਦਾ ਕੀ ਮਤਲਬ ਹੈ? ਆ ਫੌਜਾਂ ਲੈ ਕੇ ਚੱਲੀਏ, ਜੰਗ ਕਰੀਏ ਤੇ ਆਪਾਂ ਹੁਣੇ ਪੌਂਟਾ ਲੁੱਟ ਕੇ ਲੈ ਜਾਵਾਂਗੇ। ਬਨ ਅਰ ਅਰਹੇ ਜੇ ਆਏ ਅਗਾਰੇ। ਜੇ ਗੁਰੂ ਗੋਬਿੰਦ ਸਿੰਘ ਸਾਡੇ ਸਾਹਮਣੇ ਅੜੇਗਾ
ਤੇ ਉਹਨੂੰ ਅਸੀਂ ਬੰਨ ਕੇ ਲੈ ਜਾਵਾਂਗੇ। बीन बीन हम सुपट पटोरै। ਅਸੀਂ ਸੂਰਮੇ ਆ, ਯੋਧੇ ਆ, ਅਸੀਂ ਚੋਣਵੇਂ ਯੋਧੇ ਇਕੱਠੇ ਕੀਤੇ ਹੋਏ ਨੇ, ਨਾਲ ਲੈ ਕੇ ਆਏ ਆ। ਤੇ ਇਹਨਾਂ ਨੂੰ ਕਾਹਦੇ ਵਾਸਤੇ ਤਨਖਾਹਾਂ ਦਿੰਦੇ ਆ? ਇਹ ਫੌਜਾਂ ਅਸੀਂ ਕਾਹਦੇ ਵਾਸਤੇ ਰੱਖੀਆਂ ਨੇ? ਚੋਣਵੇਂ ਯੋਧੇ ਇਹ ਸਾਰੇ ਅਸੀਂ ਇਕੱਠੇ ਕਰਕੇ, ਜੇ ਗੁਰੂ ਗੋਬਿੰਦ ਸਿੰਘ ਸਾਡੇ ਨਾਲ ਦੁਸ਼ਮਣੀ ਪਾਵੇਗਾ, ਦੁਸ਼ਮਣ ਬਣੇਗਾ, ਤੇ ਫਿਰ ਅਸੀਂ ਉਹਦਾ ਲਿਹਾਜ਼ ਨਹੀਂ ਕਰਾਂਗੇ। हेल काल रिप उपर दोरै। ਅਸੀਂ ਸਾਰੇ ਇਕੱਠੇ ਹੋ ਕੇ ਹੱਲਾ ਕਰਕੇ ਗੁਰੂ ਨੂੰ ਪੈ ਜਾਵਾਂਗੇ। सबन दकावहे करहे किनारे। ਔਰ ਸਾਰਿਆਂ ਨੂੰ ਗੁਰੂ ਦੀ ਫੌਜਾਂ ਜਿਹੜੀਆਂ ਗੁਰੂ ਨੇ ਇਕੱਠੀਆਂ ਕੀਤੀਆਂ ਨਾ, ਉਹਦਾ ਧੱਕ ਕੇ ਅਸੀਂ ਇੱਕ ਸਾਈਡ ਤੇ ਕਰ ਦੇਣੀਆਂ। ਗੁਰੂ ਦੇ ਬੰਦੇ ਤਾਂ ਲੱਭਣੇ ਨਹੀਂ ਸਾਡੇ ਸਾਹਮਣੇ। ਜਦੋਂ ਅਸੀਂ ਚੜ੍ਹ ਪਏ ਨਗਾਰੇ ਚੋਭਾ ਮਾਰ ਕੇ, ਤੇ ਰਸਤਾ ਤਾਂ ਗੁਰੂ ਸਾਹਿਬ ਤੋਂ ਅਸੀਂ ਲੈ ਹੀ ਲਵਾਂਗੇ। डिठ होय करे रहै बल भारे। ਜਿੰਨਾ ਮਰਜ਼ੀ ਤਗੜਾ ਹੋ ਕੇ ਗੁਰੂ ਸਾਡਾ ਰਾਹ ਰੋਕੇ, ਅਸੀਂ ਨਹੀਂ ਗੁਰੂ ਦੀ ਪਰਵਾਹ ਕਰਨੀ। ਅਸੀਂ ਇਹੋ ਜਿਹੀਆਂ ਗੋਲੀਆਂ ਮਾਰਾਂਗੇ, ਇਹੋ ਜਿਹਾ ਤੀਰ ਛੱਡਾਂਗੇ, ਗੁਰੂ ਨੂੰ ਪੌਂਡਾ ਛੱਡ ਕੇ ਜਾਣਾ ਪਵੇਗਾ। गुल का शलखन मारहे तकही। ਜਦੋਂ ਅਸੀਂ ਬੰਦੂਕਾਂ ਦੀ ਇੱਕਦਮ ਛਲਕ ਛੱਡਾਂਗੇ ਨਾ, ਜਦੋਂ ਸਾਡੀਆਂ ਹਜ਼ਾਰਾਂ ਬੰਦੂਕਾਂ, ਹਜ਼ਾਰਾਂ ਤੀਰ ਕਮਾਨ, ਹਜ਼ਾਰਾਂ ਤੋਪਾਂ ਇਕੱਠੀਆਂ ਚੱਲਣਗੀਆਂ, रिप बहीर पर आए न सकही। ਤਾਂ ਗੁਰੂ ਗੋਬਿੰਦ ਸਿੰਘ ਦੇ ਇਕੱਠੇ ਕੀਤੇ ਜੱਟ ਬੂਟ ਝੀਵਰ ਤਰਖਾਣਾ, ਉਹ ਕੀ ਜਾਣਨ ਤੇਗ ਨੂੰ ਹੱਥ ਕੀ ਕੂ ਪਾਣ। ਉਹਦਾ ਗੁਰੂ ਨੇ ਨੀਵੀਆਂ ਜਾਤਾਂ ਦੇ ਲੋਕ ਇਕੱਠੇ ਕੀਤੇ ਨੇ। ਕੋਈ ਖੇਤੀ ਕਰਨ ਵਾਲਾ, ਕੋਈ ਕੱਪੜੇ ਰੰਗਣ ਵਾਲਾ, ਕੋਈ ਘਾਹ ਖੁਰਚਣ ਵਾਲਾ, ਕੋਈ ਲੱਕੜ ਦਾ ਕੰਮ ਕਰਨ ਵਾਲਾ, ਕੋਈ ਲੁਹਾਰ ਤੇ ਕੋਈ ਤਰਖਾਣ। ਸਾਡੇ ਖਾਨਦਾਨੀ ਯੋਧਿਆਂ ਦੇ ਨਾਲ ਉਹ ਕਿਵੇਂ ਲੜਨਗੇ? ਸਾਡਾ ਮੁਕਾਬਲਾ ਉਹ ਕਿਵੇਂ ਕਰਨਗੇ? ਉਹ ਤਾਂ ਸਾਡੇ ਸਾਹਮਣੇ ਠਹਿਰ ਵੀ ਨਹੀਂ ਸਕਣਗੇ। सने सने मग उलगह सारे। हे ਰਾਜਾ ਜੀ, ਫਿਕਰ ਹੀ ਨਾ ਕਰੋ, ਚਿੰਤਾ ਹੀ ਨਾ ਕਰੋ। ਆਪਾਂ ਬੜੇ ਆਰਾਮ ਨਾਲ ਇੱਥੋਂ ਪੌਂਡੇ ਤੋਂ ਲੰਘਣਾ ਹੈ। ਆਪਾਂ ਹੋਰ ਕਿਸੇ ਰਸਤੇ ਥਾਣੀ ਨਹੀਂ ਜਾਣਾ। ਗੁਰੂ ਕੌਣ ਹੁੰਦਾ ਸਾਡਾ ਰਾਹ ਰੋਕ ਲਵੇ? ਅਸੀਂ ਰਾਹ ਲੈ ਕੇ ਜਾਵਾਂਗੇ। चढ़ नौका जमना पर पारे। ਬਸ ਆਪਾਂ ਹੁਣੇ ਵੇਖੋ ਤੁਹਾਨੂੰ ਰਾਹ ਲੈ ਦਿੰਦੇ ਹਾਂ। ਤੁਸੀਂ ਸਾਨੂੰ ਮੜ ਜਾ ਆ ਗਿਆ ਤੇ ਦਿਓ, ਹੁਕਮ ਤਾਂ ਦਿਓ। ਆਪਾਂ ਹੁਣੇ ਗੁਰੂ ਨੂੰ ਪਰੇ ਹਟਾ ਕੇ ਤੇ ਕਿਸ਼ਤੀਆਂ ਦੇ ਵਿੱਚ ਬਹਿ ਕੇ ਤੇ ਪਰਾਂ ਲੰਘ ਜਾਣਾ, ਜਮਨਾ ਪਾਰ ਕਰ ਜਾਣੀ ਹੈ। जप समाज पर लै होए कूल। ਆ ਜਦੋਂ ਸਾਡਾ ਸਾਰਾ ਵਹੀਰ, ਸਾਡੀਆਂ ਜਿਹੜੀਆਂ ਗੱਡੀਆਂ ਹਨ, ਰੇੜੇ ਹਨ, ਜਾਂ ਸਾਡਾ ਸਮਾਨ ਵਿਆਹ 'ਚ ਲਿਜਾਣ ਵਾਲਾ ਵੀ ਹੁੰਦਾ ਨਾ ਨਾਲ, ਉਹ ਜਿਹੜਾ ਸਮਾਨ ਉਹ ਇੱਕ ਵਾਰੀ ਪਾਰ ਕਰ ਲਈਏ ਨਾ, ਪਰਲੇ ਕਿਨਾਰੇ ਪਹੁੰਚਾ ਦੇਈਏ ਕਿਸ਼ਤੀਆਂ ਵਿੱਚ ਰੱਖ ਕੇ। देकर एक बार दल हूल। ਇੱਕ ਵਾਰੀ ਆਪਾਂ ਦਲ ਦੀ ਹੂਲ ਦੇਣੀ ਹੈ, ਧੱਕਾ ਦੇਣਾ ਹੈ ਗੁਰੂ ਨੂੰ। ਇੰਨੀ ਫੌਜ ਹੈ ਸਾਡੇ ਕੋਲ। ਗੁਰੂ ਦੀ ਫੌਜ ਤਾਂ ਸਾਡੀ ਫੌਜ ਦੇ ਸਾਹਮਣੇ 'ਚ ਆਟੇ ਦੇ ਲੂਣ ਦੇ ਬਰਾਬਰ ਵੀ ਨਹੀਂ। ਮਾਨੋ ਸਾਡੀ ਫੌਜ ਆਟੇ ਸਮਾਨ ਵਿਸ਼ਾਲ ਹੈ, ਤੇ ਗੁਰੂ ਦੀ ਤਾਂ ਲੂਣ ਜਿੰਨੀ ਥੋੜੀ ਜਿੰਨੀ ਫੌਜ ਹੈ, ਉਹ ਸਾਡੇ ਸਾਹਮਣੇ ਕਿੱਥੇ ਠਹਿਰੇਗੀ ਰਾਜਾ ਜੀ। डेरे महतब कही करिए छूट। ਬਸ ਜਦੋਂ ਤੁਸੀਂ ਸਾਨੂੰ ਮੜ ਜਾ ਇਸ਼ਾਰਾ ਕਰ ਦਿਆ ਜੇ, ਛੂਟ ਦੇ ਦਿਆ ਜੇ ਇੱਕ ਵਾਰੀ, ਅਸੀਂ ਗੁਰੂ ਦਾ ਡੇਰਾ ਹੀ ਲੁੱਟ ਲਵਾਂਗੇ। शास्त्र वस्त्र तन लीज है लूट। ਗੁਰੂ ਦੇ ਘੋੜੇ, ਗੁਰੂ ਦੇ ਹਥਿਆਰ, ਗੁਰੂ ਦਾ ਸਾਜੋ ਸਮਾਨ, ਖਜ਼ਾਨਾ ਸਭ ਆਪਾਂ ਲੁੱਟ ਕੇ ਲੈ ਜਾਵਾਂਗੇ। दल बल दे गुर सैन हटाए। ਗੁਰੂ ਦੀ ਫੌਜ ਨੂੰ ਤਾਂ ਪਿਛਾਂ ਹਟਾ ਦੇਾਂਗੇ। लूटत चलहे निशान बजाए। ਤੇ ਨਗਾਰੇ ਚੋਭਾਂ ਲਾਉਂਦਿਆਂ ਗੁਰੂ ਗੋਬਿੰਦ ਸਿੰਘ ਦਾ ਡੇਰਾ ਲੁੱਟ ਕੇ ਲੈ ਜਾਵਾਂਗੇ। हिम च सवाल केसरी चंद। ਇਹ ਗੱਲਾਂ ਰਾਜਾ ਭੀਮ ਚੰਦ ਦਾ ਸਾਲਾ ਕੇਸਰੀ ਚੰਦ ਜਸਵਾਲੀਆ ਕਹਿ ਰਿਹਾ ਸੀ। कहे गोपाल गुलेर निरंद। ਤੇ ਨਾਲ ਗੋਪਾਲ ਚੰਦ ਗੁਲੇਰੀਆ ਵੀ ਇਹੀ ਗੱਲਾਂ ਕਰ ਰਿਹਾ ਸੀ। संग कृपाल कटोचन आद। ਤੇ ਕਿਰਪਾਲ ਚੰਦ ਕਟੋਚੀਆ ਵੀ ਇਹੀ ਬੋਲੀ ਬੋਲਦਾ ਸੀ। ਅਸਲ ਵਿੱਚ ਕਿਰਪਾਲ ਚੰਦ ਕਟੋਚੀਆ ਤੇ ਕੇਸਰੀ ਚੰਦ ਸ਼ਰਾਰਤੀ ਕਿਸਮ ਦੇ ਬੰਦੇ ਸਨ। ਇਹ ਚਾਹੁੰਦੇ ਸਨ ਵੀ ਲੜਾਈ ਪਵੇ, ਤੇ ਕਿਰਪਾਲ ਚੰਦ ਤਾਂ ਇਹ ਚਾਹੁੰਦਾ ਸੀ ਵੀ ਭੀਮ ਚੰਦ ਦੀ ਗੁਰੂ ਦੀ ਲੜਾਈ ਹੋਵੇ ਤੇ ਮੈਨੂੰ ਫਾਇਦਾ ਹੋਵੇਗਾ। ਸੋ ਇਹ ਸਾਰੇ ਗੁਰੂ ਸਾਹਿਬ ਜੀ ਨਾਲ ਲੜਾਈ ਕਰਾਉਣ ਲਈ ਭੀਮ ਚੰਦ ਨੂੰ ਉਕਸਾ ਰਹੇ ਨੇ। पयो परस्पर चलन संवाद। ਆ ਕਹਿਣ ਲੱਗੇ, ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਨੇ ਵੀ ਆਪਾਂ ਹੁਣ ਕਿਵੇਂ ਪਾਰ ਚੱਲੀਏ। भीम चंद सतगुर को जान है। ਕਹਿੰਦੇ ਭੀਮ ਚੰਦ ਜਿਹੜਾ ਸੀ ਨਾ, ਉਹ ਥੋੜਾ ਸਿਆਣਾ ਸੀ, ਰਾਜਨੀਤੀ ਦਾ ਮਾਹਰ ਸੀ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਰੇ ਜਾਣਦਾ ਸੀ। आयुध तारी वीर पछान है। ਉਹਨੂੰ ਇੰਨਾ ਕੁ ਗਿਆਨ ਸੀ, ਇੰਨੀ ਕੁ ਸਮਝ ਸੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਹਨ ਉਹ ਸ੍ਰੇਸ਼ਟ ਯੋਧੇ ਹਨ।
ਸ਼ਸਤਰ ਧਾਰੀਆਂ ਵਿੱਚ, ਸੂਰਬੀਰਾਂ ਵਿੱਚ ਉਹਨਾਂ ਦਾ ਕੋਈ ਸ਼ਾਨੀ ਨਹੀਂ ਹੈ ਦੁਨੀਆ ਦੇ ਵਿੱਚ। ਨਹਿ ਦਰਬੇ ਕੀ ਮਸਲਤ ਮਾਨੀ। ਭੀਮ ਚੰਦ ਇਸ ਗੱਲ ਤੋਂ ਡਰਦਾ ਸੀ ਵੀ ਜੇ ਗੁਰੂ ਗੋਬਿੰਦ ਸਿੰਘ ਨਾਲ ਸਾਡੀ ਲੜਾਈ ਹੋਈ ਤਾਂ ਉਹਦੇ ਵਿੱਚ ਸਾਡੀ ਖੈਰ ਨਹੀਂ ਹੋਏਗੀ, ਨੁਕਸਾਨ ਹੋਏਗਾ। ਤੇ ਵਿਆਹ ਤੋਂ ਪਹਿਲਾਂ ਲੜਾਈ ਕਿਸੇ ਹਾਲਤ ਵਿੱਚ ਵੀ ਨਹੀਂ ਕਰਨੀ ਚਾਹੀਦੀ। ਵਿਆਹ ਦਾ ਸਮਾਂ ਸਾਨੂੰ ਟਪਾ ਲੈਣਾ ਚਾਹੀਦਾ ਹੈ। ਇਸ ਕਰਕੇ ਰਾਜੇ ਭੀਮ ਚੰਦ ਨੇ ਕਿਰਪਾਲ ਚੰਦ ਕਟੋਚੀਏ ਦੀ, ਕੇਸਰੀ ਚੰਦ ਜਸਵਾਲੀਏ ਦੀ, ਗੋਪਾਲ ਚੰਦ ਗੁਲੇਰੀਏ ਦੀ ਲੜਾਈ ਵਾਲੀ ਗੱਲ ਨਹੀਂ ਮੰਨੀ। ਨਹਿ ਆਚੀ ਦੁਖ ਦਾਨ ਮਹਾਨੀ। ਕਹਿਣ ਲੱਗਾ ਨਹੀਂ ਰਾਜਾ ਜੀ ਮਾਫ ਕਰਨਾ, ਵਿਆਹ ਤੋਂ ਪਹਿਲਾਂ ਮੈਂ ਕਦੀ ਵੀ ਨਹੀਂ ਮੰਨ ਸਕਦਾ ਵੀ ਆਪਾਂ ਗੁਰੂ ਨਾਲ ਉਲਝੀਏ। ਇਹ ਬਹੁਤ ਵੱਡਾ ਖਤਰਾ ਛੇੜ ਲਵਾਂਗੇ, ਪਤਾ ਨਹੀਂ ਕਿਹਦੀ ਜਾਨ ਚਲੀ ਜਾਵੇ ਤੇ ਸਾਡੇ ਰੰਗ ਵਿੱਚ ਭੰਗ ਪੈ ਜਾਵੇ। ਕਹੋ ਵਜ਼ੀਰ ਉਲੰਘਣ ਕੀ ਬਾਤ। ਲੜਾਈ ਦੀ ਗੱਲ ਅਜੇ ਨਾ ਕਰੋ ਵਜ਼ੀਰ ਜੀ, ਪਹਿਲਾਂ ਸਾਨੂੰ ਪਿਆਰ ਨਾਲ ਦੱਸੋ ਵੀ ਰਸਤਾ ਕਿਵੇਂ ਮਿਲ ਸਕਦਾ ਹੈ। ਕਿਮ ਰਹਿ ਆਏ ਵਿਆਹ ਕੀ ਬਾਤ। ਵਿਆਹ ਦੀ ਗੱਲ ਆਪਣੀ ਹੋ ਜਾਵੇ, ਆਪਣਾ ਵਿਆਹ ਨਾ ਵਿੱਚੇ ਰਹਿ ਜਾਵੇ, ਕਿਤੇ ਸਾਹਾ ਨਾ ਟਲ ਜਾਵੇ। ਉਹ ਜਿਹੜਾ ਵਿਆਹ ਦਾ ਲਾਵਾਂ ਦਾ ਟਾਈਮ ਹੈ, ਜਿਹੜਾ ਉਹ ਸਮਾਂ ਹੈ, ਉਹ ਕਿਤੇ ਸਾਡੇ ਹੱਥੋਂ ਨਾ ਨਿਕਲ ਜਾਵੇ। ਗੁਰ ਟਿਕ ਦਲ ਕੇ ਤਕ ਮਿਲ ਗਇਓ। ਤੇ ਇਹ ਵੀ ਦੱਸੋ ਵਜ਼ੀਰ ਜੀ ਵੀ ਤੁਸੀਂ ਗੁਰੂ ਮਹਾਰਾਜ ਦੇ ਕੋਲੋਂ ਹੋ ਕੇ ਆਏ ਹੋ ਪੌਂਟਾ ਸਾਹਿਬ ਤੋਂ, ਗੁਰੂ ਦੀ ਫੌਜ ਕਿੰਨੀ ਕੁ ਹੈ? ਕਿਮ ਠਕਰਾਈ ਠਾਨਤ ਪਿਓ। ਕਿੰਨਾ ਕੁ ਗੁਰੂ ਕੋਲ ਦਲ ਬਲ ਹੈ? ਕਿਹਦੇ ਆਸਰੇ ਤੇ ਗੁਰੂ ਇੰਨਾ ਆਕੜਿਆ ਫਿਰਦਾ ਹੈ? ਤੁਮ ਮਤ ਮਹਿ ਆਵਤ ਕਹੋ ਕੈਸੇ। ਇਹ ਵਜ਼ੀਰ ਜੀ ਤੁਸੀਂ ਦੱਸੋ ਤੁਹਾਨੂੰ ਗੱਲ ਕਿਹੜੀ ਚੰਗੀ ਲੱਗਦੀ ਆ ਵੀ ਕਿਹੜੇ ਤਰੀਕੇ ਨਾਲ ਆਪਾਂ ਹੁਣ ਇਹ ਸਮਾਂ ਲੰਘਾਈਏ। ਵਿਘਨ ਨ ਪਰਹਿ ਆਨ ਕਰ ਜੈਸੇ। ਵਿਘਨ ਨਾ ਪਵੇ, ਕੰਮ ਵੀ ਹੋ ਜਾਵੇ ਤੇ ਕਹਿੰਦੇ ਨਾ ਵੀ ਸੱਪ ਵੀ ਮਰ ਜੇ ਤੇ ਲਾਠੀ ਵੀ ਬਚ ਜੇ, ਲੜਾਈ ਵੀ ਨਾ ਕਰਨੀ ਪਵੇ ਤੇ ਸਾਡੇ ਵਿਆਹ ਦਾ ਕੰਮ ਵੀ ਹੋ ਜਾਵੇ। ਸੁਨਤ ਬੈਨ ਪ੍ਰਦਾਨ ਬਖਾਨੈ। ਇਹ ਸੁਣ ਕੇ ਉਹ ਰਾਜੇ ਦਾ ਪ੍ਰਧਾਨ ਮੰਤਰੀ ਦੇਵੀਦਾਸ ਬੋਲਿਆ, ਸਭ ਗਿਰੰਦਰ ਤੁਮ ਬਹੁ ਬਦਵਾਨੈ। ਕਹਿਣ ਲੱਗਾ ਦੇਖੋ ਜੀ ਮਹਾਰਾਜ, ਤੁਸੀਂ ਸਾਰੇ ਹੀ ਰਾਜੇ ਔਰ ਮੇਰੇ ਨਾਲੋਂ ਸਿਆਣੇ ਹੋ, ਬੁੱਧੀਮਾਨ ਹੋ, ਮੈਂ ਤੁਹਾਡਾ ਨੌਕਰ ਹਾਂ। ਛੋਟਾ ਮੂੰਹ ਔਰ ਬੜੀ ਬਾਤ, ਵੱਡਿਆਂ ਲੋਕਾਂ ਦੀ ਗੱਲ ਵਿੱਚ ਸਲਾਹ ਤਾਂ ਮੈਂ ਵਜ਼ੀਰ ਹੋਣ ਦੇ ਨਾਤੇ ਦੇ ਸਕਦਾ, ਪਰ ਮੈਂ ਤੁਹਾਨੂੰ ਮਜਬੂਰ ਨਹੀਂ ਕਰ ਸਕਦਾ। ਜੇ ਤੁਸੀਂ ਮੇਰੀ ਸਲਾਹ ਮੰਨੋ ਤਾਂ ਮੈਂ ਤੁਹਾਨੂੰ ਇੱਕ ਰਸਤਾ ਦੱਸਦਾ ਹਾਂ। ਨਿਕਟ ਚੰਮੂ ਵੀ ਹੈ ਮਹਾਨਾ। ਤੁਸੀਂ ਗੁਰੂ ਬਾਰੇ ਪੁੱਛਿਆ, ਗੁਰੂ ਕੋਲ ਫੌਜ ਬਹੁਤ ਜ਼ਿਆਦਾ ਹੈ, ਗੁਰੂ ਕੋਲ ਸੈਨਾ ਬਹੁਤ ਜ਼ਿਆਦਾ ਹੈ। ਗੁਰੂ ਨੇ ਅੱਗੇ ਨਾਲੋਂ ਜਿਹੜੀ ਫੌਜ ਸੀ ਨਾ ਅਨੰਦਪੁਰ ਸਾਹਿਬ, ਉਹਦੇ ਨਾਲੋਂ 10 ਗੁਣਾ ਜ਼ਿਆਦਾ ਫੌਜ ਬਣਾ ਲਈ ਹੈ। ਤਉ ਨਾ ਹੋਵਹੁ ਗੁਰੂ ਸਮਾਨਾ। ਬੇਸ਼ੱਕ ਤੁਹਾਡੀ ਫੌਜ ਬਹੁਤ ਜ਼ਿਆਦਾ ਹੈ, ਪਰ ਗੁਰੂ ਦੀ ਫੌਜ ਦੇ ਤੁਸੀਂ ਸਾਹਮਣੇ ਨਹੀਂ ਖਲੋ ਸਕਣਾ, ਗੁਰੂ ਦੇ ਬਰਾਬਰ ਤੁਸੀਂ ਨਹੀਂ ਖੜ ਸਕੋਗੇ। ਮੈਂ ਤੁਹਾਨੂੰ ਪੂਰੀ ਗੱਲ ਭਰੋਸੇ ਨਾਲ ਕਹਿ ਸਕਦਾ ਹਾਂ। ਲੱਖ ਹੋ ਨੰਬਰ ਹੋਏ ਨਰ ਪਾਇਣ। ਕਿਉਂਕਿ ਗੁਰੂ ਦੇ ਚਰਨਾਂ ਤੇ ਮੱਥਾ ਟੇਕਣ ਵਾਲੇ, ਗੁਰੂ ਤੋਂ ਆਪਣੀ ਜਾਨ ਵਾਰਨ ਵਾਲੇ ਲੱਖਾਂ ਹੀ ਸਿੱਖ ਹਨ। ਅਨਹਿ ਅਰਪੇ ਅਨਕ ਉਪਾਇਣ। ਜਿਹੜੇ ਦੇਸਾਂ ਪ੍ਰਦੇਸਾਂ ਤੋਂ ਲਿਆ ਕੇ ਚੰਗੇ ਘੋੜੇ, ਚੰਗੇ ਸ਼ਸਤਰ, ਚੰਗੇ ਬਸਤਰ, ਕੀਮਤੀ ਤੋਹਫੇ ਗੁਰੂ ਨੂੰ ਭੇਟਾ ਕਰਦੇ ਹਨ। ਸ਼੍ਰੀ ਨਾਨਕ ਕੀ ਗਾਦੀ ਸਾਥ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਹੈ, ਕੋਈ ਛੋਟੀ ਮੋਟੀ ਗੱਦੀ ਨਹੀਂ ਹੈ। ਸੰਸਾਰ ਵਿੱਚ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਸਾਰਿਆਂ ਤੋਂ ਵੱਡੇ ਪਰਮੇਸ਼ਰ ਦੀ ਗੱਦੀ ਹੈ। ਕਿਮ ਸਮਸਰਤਾ ਹੋਏ ਗਿਰਨਾਥ। ਰਾਜੇ ਤੁਸੀਂ ਠੀਕ ਹੋ 22 ਧਾਰ ਦੇ, ਪਰ ਤੁਸੀਂ ਗੁਰੂ ਨਾਨਕ ਦੀ ਗੱਦੀ ਦੀ ਬਰਾਬਰੀ ਨਹੀਂ ਕਰ ਸਕੋਗੇ। ਇਹ ਆਨੰਦਪੁਰ ਤੇ ਸੋ ਗੁਣਾ। ਬਾਕੀ ਤੁਸੀਂ ਪੁੱਛਿਆ ਨਾ ਗੁਰੂ ਦੇ ਕੋਲ ਦਲ ਕਿੰਨਾ ਹੈ, ਗੁਰੂ ਕੋਲ ਬਲ ਕਿੰਨਾ ਹੈ। ਮੈਂ ਦੱਸਾਂ ਤੁਹਾਨੂੰ, ਆਨੰਦਪੁਰ ਜਿਹੜਾ ਤੁਸੀਂ ਵੇਖਿਆ ਸੀ ਨਾ ਗੁਰੂ ਦਾ ਦਲ ਬਲ, ਉਹਦੇ ਨਾਲੋਂ 100 ਗੁਣਾ ਵੱਧ ਗਿਆ ਹੈ। ਦਲ ਪ੍ਰਤਾਪ ਬਾਢਿਓ ਅਤਕਣਾ। ਗੁਰੂ ਦਾ ਪ੍ਰਤਾਪ ਬੜਾ ਵੱਧ ਗਿਆ, ਗੁਰੂ ਆਪ ਬੜਾ ਜਵਾਨ ਹੋਇਆ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਉਮਰ ਉਸ ਵੇਲੇ 21 ਸਾਲ ਦੀ ਸੀ ਜਦੋਂ ਇਹ ਪੌਂਟੇ ਸਾਹਿਬ ਮਹਾਰਾਜ ਜੰਗ ਲੜਿਆ ਨਾ। 21-22 ਸਾਲਾਂ ਦੇ ਸਨ ਸਤਿਗੁਰੂ। ਤੇ ਮਹਾਰਾਜ ਜਦੋਂ ਰਾਜਾ ਭੀਮ ਚੰਦ ਪਹਿਲਾਂ ਗੁਰੂ ਸਾਹਿਬ ਨੂੰ ਮਿਲਿਆ ਸੀ, ਉਦੋਂ ਮਹਾਰਾਜ 15-16 ਸਾਲਾਂ ਦੇ ਸਨ। ਉਹਦੇ ਦਾੜਾ ਮੁੱਛ ਨਹੀਂ ਸੀ ਆਇਆ। ਤੇ ਉਹ ਦੱਸ ਰਿਹਾ, ਕਹਿੰਦਾ ਹੁਣ ਗੁਰੂ ਦੇ ਸਰੀਰ 'ਚ ਵੀ ਬਲ ਬਹੁਤ ਵੱਧ ਗਿਆ।
ਤੇ ਗੁਰੂ ਦਾ ਦਲ ਵੀ ਬੜਾ ਵੱਧ ਗਿਆ ਹੈ। ਸੁਬਟ ਸ਼ਸਤਰ ਜੁਤ ਜਿਤ ਕਿਤ ਖਰੇ। ਮੈਂ ਵੇਖਿਆ ਵੀ ਪੌਂਟੇ ਦੇ ਜਿੱਧਰ ਵੀ ਨਿਗਾਹ ਜਾਂਦੀ ਸੀ ਨਾ, ਮੀਲਾਂ ਦੇ ਵਿੱਚ ਸ਼ਸਤਰਧਾਰੀ ਸਿੱਖ ਫਿਰਦੇ ਸੀ, ਅਕਾਲ ਹੀ ਅਕਾਲ ਗਜਾਉਂਦੇ ਸੀ। ਥਾਂ ਥਾਂ ਤੇ ਗੁਰੂ ਦੇ ਦਲ ਦੇ ਘੋੜੇ ਵੱਜੇ ਹੋਏ ਸੀ, ਤੰਬੂ ਲੱਗੇ ਹੋਏ ਸੀ, ਹਾਥੀ ਵੱਜੇ ਸਨ, ਗੁਰੂ ਦੀਆਂ ਫੌਜਾਂ ਸ਼ਸਤਰਾਂ ਨਾਲ ਲੈਸ ਫਿਰਦੀਆਂ ਸਨ। ਪੁਸ਼ਟ ਤੁਰੰਗਮ ਗਨ ਬਲ ਪਰੇ। ਬੜੇ ਬਲੀ ਘੋੜੇ ਹਨ ਗੁਰੂ ਦੇ ਫੌਜ ਵਿੱਚ, ਚੰਗੇ ਤੋਂ ਚੰਗਾ ਘੋੜਾ ਤੇ ਚੰਗੇ ਤੋਂ ਚੰਗਾ ਸ਼ਸਤਰ ਹੈ ਸਿੱਖਾਂ ਦੇ ਕੋਲ। ਅਤ ਉਤਸਾਹ ਚੰਮੂ ਬਹੁਤ ਦੀਖਾ। ਔਰ ਗੁਰੂ ਦੇ ਸਿੱਖਾਂ 'ਚ ਉਤਸ਼ਾਹ ਵੀ ਬੜਾ ਹੈ, ਫੌਜ ਦੇ ਵਿੱਚ ਗੁਰੂ ਦੀ ਫੌਜ ਦੇ ਵਿੱਚ ਜੋਸ਼ ਬੜਾ ਹੈ। ਲਰ ਕਰ ਕੋਏ ਨਾ ਬਨੈ ਸਰੀਖਾ। ਤੁਹਾਡੀ ਫੌਜ ਤਨਖਾਹ ਲੈ ਕੇ ਲੜਦੀ ਹੈ, ਗੁਰੂ ਦੀ ਫੌਜ ਗੁਰੂ ਦੇ ਪਿਆਰ ਵਿੱਚ ਲੜ ਕੇ ਮਰ ਮਿਟਣ ਨੂੰ ਤਿਆਰ ਹੈ। ਇਸ ਕਰਕੇ ਸਾਡੀਆਂ ਫੌਜਾਂ ਗੁਰੂ ਦੀ ਫੌਜ ਦੀ ਝਾਲ ਨਹੀਂ ਝੱਲ ਸਕਣਗੀਆਂ। ਜਮਨਾ ਤਟ ਲੋ ਦੇਹ ਨਾ ਜਾਣੇ। ਮੈਂ ਤੁਹਾਨੂੰ ਦੱਸ ਦਿਆਂ, ਰਾਜਾ ਭੀਮ ਚੰਦ ਜੀ, ਰਾਜਾ ਗੋਪਾਲ ਚੰਦ ਜੀ, ਰਾਜਾ ਕੇਸਰੀ ਚੰਦ ਜੀ, ਤੁਸੀਂ ਤਾਂ ਕਹਿੰਦੇ ਹੋ ਵੀ ਹੂਲ ਦੇ ਕੇ ਇੱਕ ਪਾਸੇ ਧੱਕ ਦਿਆਂਗੇ ਗੁਰੂ ਦੇ ਦਲ ਨੂੰ ਤੇ ਬੇੜੀਆਂ 'ਚ ਬਹਿ ਕੇ ਜਮਨਾ ਪਾਰ ਕਰ ਜਾਾਂਗੇ। ਜਮਨਾ ਬੜੀ ਦੂਰ ਹੈ। ਵਧੇ ਅਗਾਊ ਕਰ ਕਸਮਾਨੇ। ਉਹਨਾਂ ਨੇ ਜਮਨਾ ਤੱਕ ਤੁਹਾਨੂੰ ਜਾਣ ਨਹੀਂ ਦੇਣਾ। ਜੇ ਜਿਉਂਦੇ ਜਮਨਾ ਤੱਕ ਅੱਪੜੋਗੇ ਤੇ ਫੇਰ ਪਾਰ ਲੰਘੋਗੇ ਨਾ। ਉਹਨਾਂ ਨੇ ਤੁਹਾਨੂੰ ਨਾ ਢੇਰੀ ਕਰ ਦੇਣਾ ਗੋਲੀਆਂ ਮਾਰ ਮਾਰ ਕੇ। ਕਿਮਤਨ ਕੋ ਲੂਟਣ ਤੁਮ ਚਾਹਾ। ਤੁਸੀਂ ਤੇ ਕਹਿੰਦੇ ਹੋ ਵੀ ਗੁਰੂ ਦਾ ਡੇਰਾ ਲੁੱਟਾਂਗੇ, ਕਿਤੇ ਆਪਣੇ ਕੱਪੜੇ ਨਾ ਲੁਆ ਕੇ ਚਲੇ ਜਾ ਜੇ, ਤੁਸੀਂ ਕਿਤੇ ਆਪ ਨਾ ਮਾਰ ਖਾ ਲਿਆ ਜੇ। ਰਾਤ ਦਿਵਸ ਜਿਨ ਲਰਨ ਉਮਾਹਾ। ਤੁਸੀਂ ਉਹਨਾਂ ਨੂੰ ਲੁੱਟਣਾ ਚਾਹੁੰਦੇ ਹੋ ਜਿਹੜੇ ਦਿਨ ਰਾਤ ਲੜਾਈ ਨੂੰ ਹੀ ਮੰਗਦੇ ਰਹਿੰਦੇ ਆ, ਯੁੱਧ ਦੀ ਗੱਲ ਹੀ ਕਰਦੇ ਰਹਿੰਦੇ ਆ। ਦੇ ਸ਼ਿਵਾ ਬਰ ਮੋਹਿ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਨਾ ਟਰੋ ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰੇ ਆਪਣੀ ਜੀਤ ਕਰੋ। ਤੁਸੀਂ ਉਹਨਾਂ ਨੂੰ ਲੁੱਟਣਾ ਚਾਹੁੰਦੇ ਹੋ ਜਿਹੜੇ ਹਰ ਵੇਲੇ ਜੰਗ ਦੇ ਤਿਆਰ ਬਰ ਤਿਆਰ ਰਹਿੰਦੇ ਹਨ। ਤਨ ਹੰਕਾਰ ਨਾ ਕੀਜਹਿ ਐਸੇ। ਇਹ ਰਾਜਾ ਕੇਸਰੀ ਚੰਦ ਜੀ, ਗੋਪਾਲ ਚੰਦ ਜੀ, ਆਪਣੇ ਰਾਜ ਦਾ, ਆਪਣੇ ਖਜ਼ਾਨਿਆਂ ਦਾ, ਆਪਣੀ ਮਾਇਆ ਦਾ ਇੰਨਾ ਹੰਕਾਰ ਨਾ ਕਰੋ। ਪਛਤਾਪ ਵਿਸੂਰ ਹੈ ਜੈਸੇ। ਤੇ ਬਾਅਦ ਚ ਤੁਹਾਨੂੰ ਪਛਤਾਣਾ ਪਵੇ। ਐਸਾ ਕੰਮ ਮੂਲੇ ਨਾ ਕੀਜੈ ਜਿਤ ਅੰਤ ਪਛੋਤਾਈ ਹੈ। ਜੇ ਬਾਅਦ ਰੋਣਾ ਹੈ, ਪਿੱਟਣਾ ਹੈ, ਸਿਆਪੇ ਕਰਨੇ, ਬੰਦੇ ਮਾਰੇ ਗਏ ਸਾਡੇ ਗੁਰੂ ਨਾਲ ਲੜਦਿਆਂ, ਵਿਆਹ 'ਚ ਰੰਗ 'ਚ ਭੰਗ ਪੈ ਗਿਆ, ਪਹਿਲਾਂ ਹੀ ਸੋਚ ਲਓ, ਪਹਿਲਾਂ ਹੀ ਵਿਚਾਰ ਲਓ, ਅਜੇ ਲੜਾਈ ਦਾ ਨਾਂ ਨਾ ਲਵੋ। ਮੈਂ ਦੇਖੀ ਸਭ ਰੀਤ ਵਿਚਾਰੀ। ਦੇਵੀਦਾਸ ਵਜ਼ੀਰ ਕਹਿੰਦਾ ਮੈਂ ਚੰਗੀ ਤਰ੍ਹਾਂ ਵੇਖਿਆ, ਮੈਂ ਗੁਰੂ ਨਾਲ ਗੱਲ ਵੀ ਕਰ ਰਿਹਾ ਸੀ ਤੇ ਮੈਂ ਗੁਰੂ ਦੇ ਕੋਲ ਖੜੇ ਗੁਰੂ ਦੇ ਜਰਨੈਲਾਂ ਦੇ ਚਿਹਰੇ ਵੀ ਪੜ੍ਹ ਰਿਹਾ ਸੀ। ਇੱਕ ਤੋਂ ਇੱਕ ਸੂਰਮਾ ਸੀ ਗੁਰੂ ਦੇ ਕੋਲ। ਸੰਗੋ ਸ਼ਾਹ, ਜੀਤ ਮੱਲ, ਮਾਰੀ ਚੰਦ, ਗੰਗਾ ਰਾਮ, ਗੁਲਾਬ ਰਾਏ, ਬੜੇ ਬੜੇ ਸੂਰਮੇ ਗੁਰੂ ਦੀ ਫੌਜ ਦੇ ਵਿੱਚ ਹਨ ਜਿਹੜੇ ਕੱਲੇ ਕੱਲੇ ਸਵਾ ਸਵਾ ਲੱਖ ਨਾਲ ਲੜਨ ਦਾ ਹੌਸਲਾ ਰੱਖਦੇ ਹਨ। ਗੁਰੂ ਨਾ ਉਲਗਨ ਦੇਹ ਅਗਾਰੀ। ਮੈਂ ਤੁਹਾਨੂੰ ਗਰੰਟੀ ਦੇ ਕੇ ਕਹਿਣਾ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਜੋ ਮਰਜ਼ੀ ਹੋ ਜਾਏ, ਗੁਰੂ ਤੁਹਾਨੂੰ ਜਮਨਾ ਨਹੀਂ ਲੰਘਣ ਦੇਵੇਗਾ, ਗੁਰੂ ਤੁਹਾਨੂੰ ਪੌਂਟਾ ਨਹੀਂ ਟੱਪਣ ਦੇਵੇਗਾ। ਕਿਸ ਬਿਦ ਹੋਤ ਸਾਮਤਾ ਨਾਹੀ। ਤੇ ਕਿਸੇ ਤਰੀਕੇ ਨਾਲ ਵੀ ਗੁਰੂ ਦੀ ਬਰਾਬਰੀ ਆਪਾਂ ਨਹੀਂ ਕਰ ਸਕਦੇ। ਲਰਬੇ ਬਿਨਾ ਨਹੀਂ ਰਣ ਮਾਹੀ। ਆ ਕਹਿੰਦੇ ਲਰਬੇ ਵਿਜੈ ਨਹੀਂ ਰਣ ਮਾਹੀ। ਥੋੜੇ ਵੱਡੇ ਵੱਡਾ ਕਰ ਲੈ। ਕਹਿੰਦੇ ਇਹ ਲੜਾਈ ਦੇ ਨਾਲ ਆਪਾਂ ਨੂੰ ਜਿੱਤ ਨਹੀਂ ਮਿਲਣੀ। ਲੜ ਤਾਂ ਲਵਾਂਗੇ, ਲੜਾਈ ਕਰਨੀ ਤਾਂ ਸਭ ਕੋਈ ਮੂਰਖ ਵੀ ਕਰ ਹੀ ਲੈਂਦੇ ਹੁੰਦੇ ਆ, ਪਰ ਸੋਚ ਕੇ ਜਿਹੜਾ ਕਰਦਾ ਵੀ ਮੈਂ ਹਾਰਨਾ ਕਿ ਜਿੱਤਣਾ, ਉਹ ਗੱਲ ਬੜੀ ਵੱਖਰੀ ਹੈ। ਤੁਸੀਂ ਹੁਣ ਸੋਚ ਲਓ, ਵਿਚਾਰ ਲਓ ਵੀ ਗੁਰੂ ਨਾਲ ਲੜ ਕੇ ਜਿੱਤਣਾ ਕਿ ਹਾਰ ਖਾਣੀ ਹੈ। ਔਰ ਉਪਾਵ ਏਕ ਮੈਂ ਜਾਣਾ। ਮੈਂ ਤੁਹਾਨੂੰ ਇੱਕ ਗੱਲ ਹੋਰ ਸੋਚੀ ਹੈ, ਮੇਰੇ ਦਿਮਾਗ ਵਿੱਚ ਆਈ ਹੈ, ਜੇ ਤੁਹਾਨੂੰ ਚੰਗੀ ਲੱਗੇ ਤੇ ਤੁਸੀਂ ਮੰਨ ਲੈਣਾ। ਦੁਲਹੋ ਇਸ ਮਗ ਕਰੋ ਬਿਆਨਾ। ਆਪਾਂ ਨੂੰ ਸਭ ਤੋਂ ਪਹਿਲਾਂ ਹੁਣ ਕਾਕੇ ਜਮੇਰ ਚੰਦ ਦੀਆਂ ਲਾਵਾਂ ਦਾ ਫਿਕਰ ਹੈ। ਮੁੰਡਿਆਂ ਦਾ ਸਾਹ ਦਾ ਟਾਈਮ ਨਾ ਲੰਘ ਜਾਵੇ, ਜਿਹੜਾ ਵਿਆਹ ਦਾ ਟਾਈਮ ਹੈ ਉਹ ਸਮੇਂ ਨਾਲ ਵਿਆਹ ਹੋ ਜਾਵੇ। ਇਹਦਾ ਇੱਕੋ ਤਰੀਕਾ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਅੱਗੇ ਹੱਥ ਜੋੜੀਏ, ਉਹਨਾਂ ਨੂੰ ਬੇਨਤੀ ਕਰੀਏ ਕਿ ਲੜਕੇ ਨੂੰ ਤੇ 5-7 ਬਰਾਤੀਆਂ ਨੂੰ ਲੰਘ ਜਾਣ ਦੇਣ,
ਉਹ ਟਾਈਮ ਨਾਲ ਪਹੁੰਚ ਕੇ ਵਿਆਹ ਕਰ ਲੈਣ। ਇਕ ਦੋਏ ਸੇਵਕ ਲੈ ਕਰ ਸੰਗ, ਦੂਲਾ ਲਾੜਾ ਇੱਕ ਦੋ ਸੇਵਕਾਂ ਨੂੰ ਨਾਲ ਲੈ ਕੇ ਸਨਮੁਖ ਗਮਨਿਓ ਜਾਏ ਨਿਸੰਗ। ਸਾਹਮਣੇ ਗੁਰੂ ਦੇ ਨਿਸੰਗ ਚਲਾ ਜਾਵੇ, ਗੁਰੂ ਨੇ ਉਹਨੂੰ ਕੁਛ ਨਹੀਂ ਕਹਿਣਾ। ਵਿਆਹ ਸਮੇਂ ਪਹੁੰਚੈ ਸਸੁਰਾਰੇ, ਵਿਆਹ ਦੇ ਟਾਈਮ ਸਹੁਰੇ ਘਰ ਪਹੁੰਚ ਜਾਵੇ। ਰਾਜਾ ਫਤਿਹ ਸ਼ਾਹ ਦੇ ਕੋਲ ਸ੍ਰੀਨਗਰ ਵਿੱਚ ਅਜਮੇਰ ਚੰਦ ਪਹੁੰਚ ਗਿਆ, ਲਾਵਾਂ ਹੋ ਗਈਆਂ, ਫਿਰ ਬਾਅਦ ਚ ਵੇਖੀ ਜਾਵੇਗੀ ਜੋ ਹੋਵੇਗੀ। ਫੇਰੇ ਫਿਰਹੇ ਕਾਜ ਕੋ ਸਾਰੇ, ਇੱਕ ਵਾਰੀ ਫੇਰੇ ਤਾਂ ਕਰ ਲਈਏ, ਵਿਆਹ ਤਾਂ ਕਰ ਲਈਏ ਮੁੰਡੇ ਦਾ। ਅਪਰ ਜਾਹੇ ਸਭ ਮਾਰਗ ਦੂਜੇ, ਬਾਕੀ ਸਾਰੀ ਬਰਾਤ ਜਿਹੜੀ ਆਪਾਂ ਫੌਜਾਂ ਲੈ ਕੇ ਜਾਣਾ, ਆਪਾਂ ਦੂਸਰੇ ਰਸਤੇ ਥਾਣੀ ਚੱਲੀਏ। ਬੇਸ਼ੱਕ ਥੋੜਾ ਲੇਟ ਹੋ ਜਾਵਾਂਗੇ, 2 ਦਿਨ ਵਿਆਹ ਤੋਂ ਬਾਅਦ ਪਹੁੰਚ ਜਾਵਾਂਗੇ, ਪਰ ਇੱਕ ਵਾਰੀ ਹੁਣ ਵਿਆਹ ਤਾਂ ਕਰੀਏ ਜਿਵੇਂ ਵੀ ਹੁੰਦਾ ਹੈ। ਸਨੇ ਸਨੇ ਚਲ ਕਹਿਤ ਹੈ ਪੂਜੇ, ਔਰ ਆਪਾਂ ਉੱਥੇ ਪਹੁੰਚ ਜਾਈਏ ਜਿਵੇਂ ਵੀ ਹੋਵੇ ਸ੍ਰੀਨਗਰ ਗੜਵਾਲ ਦੇ ਵਿੱਚ। ਆਛੋ ਜਤਨ ਹੈ ਇੱਕ ਇਹੀ, ਹੁਣ ਇੱਕੋ ਹੀ ਤਰੀਕਾ ਸਾਨੂੰ ਦਿਸਦਾ ਵੀ ਆਪਾਂ ਲੜਕੇ ਨੂੰ ਬਰਾਤ ਤੇ ਜਿਹੜੇ 5-7 ਬੰਦੇ ਨਾਲ ਦੇ ਕੇ ਉਹ ਗੁਰੂ ਗੋਬਿੰਦ ਸਿੰਘ ਦੇ ਪੈਰਾਂ 'ਚ ਜਾ ਕੇ ਮੱਥਾ ਟੇਕਣ, ਤਰਲਾ ਮਿੰਨਤ ਕਰਨ ਵੀ ਸਾਡਾ ਵਿਆਹ ਦਾ ਟਾਈਮ ਹੈ, ਤੇ ਉਹ ਲੰਘ ਜਾਣ ਦੇਣਗੇ। ਤੇ ਬਾਕੀ ਰਾਜਾ ਜੀ ਤੁਸੀਂ ਫੌਜਾਂ ਲੈ ਕੇ ਵਾਲਾ ਪਾ ਕੇ ਦੂਜੇ ਰਸਤੇ ਥਾਣੀ ਸ੍ਰੀਨਗਰ ਨੂੰ ਚੱਲ ਪਵੋ। ਅਪਰ ਵਿਧੀ ਉਰ ਆਏ ਨਾ ਕੇਹੀ, ਹੋਰ ਮੈਨੂੰ ਕੋਈ ਵਿਧੀ ਨਜ਼ਰ ਨਹੀਂ ਆਉਂਦੀ, ਕੋਈ ਤਰੀਕਾ ਨਜ਼ਰ ਨਹੀਂ ਆਉਂਦਾ ਵੀ ਜਿਹਦੇ ਨਾਲ ਇਹ ਕੰਮ ਸਹੀ ਹੋ ਸਕੇ। ਸੁਨਤ ਕੇਸਰੀ ਅਪਰ ਗੋਪਾਲ, ਰਾਜੇ ਪੰਡਤ ਦੇਵ ਜਿਹੜਾ ਦੇਵੀਦਾਸ ਸੀ ਇਹਨਾਂ ਦਾ ਵਜ਼ੀਰ, ਉਹਨਾਂ ਦੀ ਗੱਲ ਸੁਣ ਕੇ ਰਾਜਾ ਕੇਸਰੀ ਚੰਦ ਤੇ ਰਾਜਾ ਗੋਪਾਲ ਚੰਦ ਗੁਲੇਰੀਆ ਸਭਾ ਬੀਜ ਬੋਲੇ ਤਿਸ ਕਾਲ, ਸਭਾ ਦੇ ਵਿੱਚ ਹੰਕਾਰ ਨਾਲ ਫਿਰ ਬੋਲੇ। ਕਹਾ ਬਾਤ ਤੈ ਕਹੀ ਵਜ਼ੀਰ, ਉਹ ਵਜ਼ੀਰਾ ਤੂੰ ਇਹ ਕੀ ਕਿਹਾ? ਹੰਕਾਰੀ ਸੀ ਨਾ, ਤੇ ਵਜ਼ੀਰ ਦੀ ਗੱਲ ਨੂੰ, ਸਿਆਣੀ ਗੱਲ ਨੂੰ ਹੰਕਾਰੀ ਬੰਦਾ ਨਹੀਂ ਸਮਝਦਾ। ਸਾਧ ਸੰਗਤ ਜੀ, ਮੂਰਖਤਾ ਤੇ ਹੰਕਾਰ ਇਹ ਭੈਣ ਭਰਾ ਹੀ ਨੇ ਦੋਵੇਂ। ਕਹਿੰਦੇ ਵੀ ਮਾਰੇ ਬਾਣੀ 'ਚ ਲਿਖਦੇ ਨਾ, ਕਹਿੰਦੇ ਮੂਰਖ ਕੇ ਕਿਆ ਲੱਖਣ ਹੈ। ਕਹਿੰਦੇ ਮੂਰਖ ਦੇ ਸਿਰ ਤੇ ਕੋਈ ਸਿੰਘ ਹੁੰਦੇ ਆ? ਨਹੀਂ, ਕਹਿੰਦੇ ਮੂਰਖ ਕੇ ਕਿਆ ਲੱਖਣ ਹੈ, ਕਿਆ ਮੂਰਖ ਕਾ ਕਰਨ, ਮੂਰਖ ਦੀ ਕਰਨੀ ਕਰਤੂਤ ਕਿੱਦਾਂ ਦੀ ਹੁੰਦੀ ਹੈ। ਅਗਲੀ ਪੰਕਤੀ ਸਾਹਿਬ ਕਹਿੰਦੇ ਮੂਰਖ ਉਹ ਜੇ ਮੁਗਧ ਹੈ ਹੰਕਾਰੇ ਮਰਨ। ਜਿਹੜਾ ਹੰਕਾਰੀ ਉਹੀ ਮੂਰਖ। ਸਿਆਣਾ ਬੰਦਾ ਸਮੇਂ ਨੂੰ ਵਿਚਾਰ ਲੈਂਦਾ, ਹੱਥ ਜੋੜ ਲੈਂਦਾ, ਝੁਕ ਜਾਂਦਾ। ਮੂਰਖ ਬੰਦਾ ਉਹ ਝੁਕਦਾ ਨਹੀਂ ਤੇ ਉਹ ਬਾਂਸ ਦੀ ਤਰ੍ਹਾਂ ਟੁੱਟ ਜਾਂਦਾ। ਸੋ ਸਾਧ ਸੰਗਤ ਜੀ, ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹੋ ਜੀ ਬੁੱਧੀ ਦੇ ਪਰਦਾ ਪਾਇਆ ਕੇਸਰੀ ਚੰਦ ਦੇ, ਗੋਪਾਲ ਚੰਦ ਦੇ, ਤੇ ਉਹ ਗੱਲ ਮੰਨਣ ਵਿੱਚ ਨਹੀਂ ਆ ਰਹੀ। ਤੇ ਕਹਿੰਦੇ ਨੇ, ਹੇ ਵਜ਼ੀਰ ਤੂੰ ਇਹ ਕੀ ਕਿਹਾ ਹੈ? ਹਮਕੋ ਨਾਹੇ ਨਾ ਜਾਣਿਓ ਵੀਰ, ਤੂੰ ਸਾਨੂੰ ਸੂਰਮਾ ਨਹੀਂ ਸਮਝਦਾ, ਤੂੰ ਸਾਨੂੰ ਕਮਜ਼ੋਰ ਸਮਝਦਾ, ਗੁਰੂ ਤੋਂ ਘੱਟ ਸਮਝਦਾ ਹੈ। ਕਰ ਚਾਤੁਰ ਸਭ ਚਹਿਤ ਹਟਾਏ, ਤੂੰ ਸਾਨੂੰ ਕਾਇਰ ਕਰ ਕਾਤਰ ਸੱਚਾ ਸਭ ਚਹਿਤ ਹਟਾਏ। ਤੂੰ ਸਾਨੂੰ ਕਾਇਰ ਬਣਾਉਣਾ ਚਾਹੁੰਦਾ, ਬੁਝਦਿਲ ਬਣਾਉਣਾ ਚਾਹੁੰਦਾ, ਹਟਾਉਣਾ ਚਾਹੁੰਦਾ ਜੰਗ ਤੋਂ। ਹਾਂਜੀ, ਕਹਾ ਗੁਰੂ ਟਿਕ ਦੇਖਿਓ ਜਾਏ, ਤੂੰ ਗੁਰੂ ਕੋਲ ਕੀ ਵੇਖ ਆਇਆ? ਗੁਰੂ ਦੀ ਫੌਜ ਦਾ ਤੂੰ ਸੋਲੇ ਗਾ ਰਿਹਾ ਵੀ ਬੜੇ ਬੜੇ ਯੋਧੇ ਨੇ, ਬੜੇ ਬੜੇ ਘੋੜੇ ਨੇ, ਬੜੀ ਬੜੀਆਂ ਫੌਜਾਂ ਨੇ ਗੁਰੂ ਕੋਲ। ਕੀ ਨੇ? ਸਾਡੇ ਕੋਲ ਘੱਟ ਆ। ਅਸੀਂ ਖਾਨਦਾਨੀ ਰਾਜੇ ਹਾਂ, ਜੰਗਾਂ ਯੁੱਧਾਂ 'ਚ ਜੰਮੇ ਆ, ਜੰਗਾਂ ਯੁੱਧਾਂ 'ਚ ਰਹਿੰਦੇ ਆ। ਕੌਣ ਜਾਤ ਕੇ ਹੈ ਬਰਬੀਰ, ਜਿਨ੍ਹਾਂ ਨੂੰ ਤੂੰ ਬੜੇ ਸੂਰਮੇ ਮੰਨਦਾ ਉਹ ਕਿਹੜੀ ਜਾਤ ਦੇ ਨੇ? ਕੋਈ ਝੀਵਰ ਨੇ, ਕੋਈ ਤਰਖਾਣ ਨੇ, ਕੋਈ ਨਾਈ ਨੇ, ਕੋਈ ਛਿੰਬੇ ਨੇ, ਕੋਈ ਬਾਣੀਏ ਨੇ, ਕੋਈ ਜੱਟ ਨੇ, ਕੋਈ ਕੰਬੋ ਨੇ, ਕੋਈ ਛਿੰਬੇ ਨੇ। ਉਹ ਕੋਈ ਲੜਾਈ ਕਰਨ ਵਾਲੀਆਂ ਕੌਮਾਂ ਥੋੜਾ ਨੇ। ਉਹ ਤਾਂ ਕੋਈ ਲੱਕੜ ਦਾ ਕੰਮ ਕਰਦਾ, ਕੋਈ ਖੇਤੀ ਕਰਦਾ, ਕੋਈ ਘਾਹ ਵੱਢਦਾ, ਤੇ ਕੋਈ ਦਿਹਾੜੀ ਕਰਦਾ, ਕੋਈ ਦੁਕਾਨ ਤੇ ਲੱਕੜੀ ਤੋਲਣ ਵਾਲੇ ਬੰਦੇ ਨੇ। ਉਹਨਾਂ ਦੇ ਵਿੱਚ ਕਿਹੜਾ ਜਿਹੜਾ ਖਾਨਦਾਨੀ ਸੂਰਮਾ ਜੰਗ ਲੜਨ ਵਾਲਾ ਸਾਡੇ ਸਾਹਮਣੇ ਖਲੋ ਜਾਏਗਾ? ਕਟਕ ਬਟੋਰ ਜੋ ਰਾਖਿਓ ਤੀਰ, ਜਿਹੜੀ ਗੁਰੂ ਨੇ ਫੌਜ ਇਕੱਠੀ ਕੀਤੀ ਹੋਈ ਹੈ ਨਾ, ਉਹ ਤਾਂ ਬਹੁਤ ਭਾਂਤ ਭਾਂਤ ਦੀ, ਕਹਿੰਦੇ ਵਣ ਦੀ ਲੱਕੜੀ ਇਕੱਠੀ ਕੀਤੀ ਹੋਈ ਹੈ। ਕੋਈ ਮਾਝੇ ਚੋਂ, ਕੋਈ ਮਾਲਵੇ ਚੋਂ, ਕੋਈ ਦੁਆਬੇ ਚੋਂ, ਕੋਈ ਧੰਨੀ ਚੋਂ, ਕੋਈ ਘੇਪ ਚੋਂ, ਕੋਈ ਕਿਸੇ ਇਲਾਕੇ ਚੋਂ, ਕਿਸੇ ਇਲਾਕੇ ਚੋਂ ਆਏ ਹੋਏ ਨੇ। ਕੀਤਕ ਗਿਨਤਾ ਮਹਿ ਮਨ ਜਾਣੇ, ਗਿਣਤੀ 'ਚ ਕਿੰਨੇ ਕੁ ਜਾਣਦਾ ਤੂੰ ਉਹਨਾਂ ਨੂੰ? ਕਿੰਨੇ ਕੁ ਵੱਡੇ ਸੂਰਮੇ ਨੇ ਜਿਹੜੇ ਗੁਰੂ ਦੇ
ਕਹਿੰਦੇ ਸਾਡਾ ਮੁਕਾਬਲਾ ਕਰ ਲੈਣਗੇ। ਕੇਤਕ ਅਸ ਕਿਸ ਬਿਦ ਸਬਦਾਨੇ। ਕਿੰਨੇ ਕੁ ਘੋੜੇ ਨੇ ਗੁਰੂ ਦੇ ਕੋਲ ਜਿਹੜੇ ਸਾਡੇ ਘੋੜਿਆਂ ਦਾ ਮੁਕਾਬਲਾ ਕਰ ਲੈਣਗੇ। ਸੁਨ ਵਜੀਰ ਗਿਰਨਾਥ ਹੈ ਸਾਥ। ਇਹ ਗੱਲ ਸੁਣ ਕੇ ਦੇਵੀ ਦਾਸ ਵਜ਼ੀਰ ਰਾਜਿਆਂ ਨੂੰ ਕਹਿਣ ਲੱਗਾ, ਕਹਿਤ ਪਿਓ ਗੁਰ ਦਲ ਕੀ ਗਾਥ। ਉਹਨੇ ਫਿਰ ਰਾਜਾ ਕੇਸਰੀ ਚੰਦ ਤੇ ਗੋਪਾਲ ਚੰਦ ਨੂੰ ਗੁਰੂ ਪਾਤਸ਼ਾਹ ਦੀ ਫੌਜ ਬਾਰੇ ਦੱਸਿਆ। ਕਨੇ ਪਠਾਨ ਬਨੇ ਹਥਿਆਰ। ਰਾਜਾ ਜੀ ਤੁਹਾਨੂੰ ਨਹੀਂ ਪਤਾ, ਗੁਰੂ ਦੇ ਕੋਲ 500 ਪਠਾਨ ਨੇ ਜਿਹੜੇ ਪੀਰ ਬੁੱਧੂ ਸ਼ਾਹ ਨੇ ਦਾਮਲੇ ਪਿੰਡ ਦੇ ਗੁਰੂ ਦੀ ਫੌਜ 'ਚ ਭਰਤੀ ਕਰਾਏ ਨੇ। ਇਹ ਸਾਧ ਸੰਗਤ ਜੀ, ਕਰਨਾਲ ਤੋਂ ਇੰਦਰੀ ਰੋਡ ਦੇ ਉੱਤੇ ਇੱਕ ਦਾਮਲਾ ਪਿੰਡ ਪੈਂਦਾ। ਉਸ ਦਾਮਲੇ ਪਿੰਡ ਦੇ 500 ਪਠਾਨ ਸਨ ਜਿਹੜੇ ਔਰੰਗਜ਼ੇਬ ਨੇ 12 ਪੱਥਰ ਕਰ ਦਿੱਤੇ। ਅੱਜ ਕੱਲ ਕਹਿ ਦਿੰਦੇ ਡਿਸਮਿਸ ਕਰ ਦੇਣਾ, ਪਹਿਲਾਂ ਕਹਿੰਦੇ ਸੀ 12 ਪੱਥਰ। ਪੁਰਾਣੀ ਬੋਲੀ ਹੈ, ਉਹਦਾ ਮਤਲਬ ਹੁੰਦਾ ਸੀ ਵੀ ਜਿਵੇਂ ਪੱਥਰ ਤੇ ਲਕੀਰ ਵੱਜ ਗਈ, ਇਹਨਾਂ ਦੇ ਲਈ ਇਹ ਕਾਨੂੰਨ ਬਣ ਗਿਆ ਵੀ ਇਹ ਬੰਦੇ ਕਿਤੇ ਹੁਣ ਨੌਕਰੀ ਨਹੀਂ ਰੱਖੇ ਜਾ ਸਕਦੇ, ਕੱਢ ਦਿੱਤੇ ਫੌਜ। ਔਰੰਗਜ਼ੇਬ ਨੇ ਕਿਸੇ ਗਲਤੀ ਕਰਕੇ ਨਾ ਪਠਾਨਾਂ ਨੂੰ ਆਪਣੀ ਫੌਜ ਚੋਂ ਕੱਢ ਦਿੱਤਾ ਸੀ ਤੇ ਨਾਲ ਹੁਕਮ ਦਿੱਤਾ ਸੀ ਵੀ ਹਿੰਦੁਸਤਾਨ ਵਿੱਚ ਕਿਤੇ ਵੀ ਇਹਨਾਂ ਨੂੰ ਕੋਈ ਨੌਕਰੀ ਨਾ ਦੇਵੇ, ਕੋਈ ਇਹਨਾਂ ਨੂੰ ਆਪਣੀ ਫੌਜ 'ਚ ਭਰਤੀ ਨਾ ਕਰੇ। ਇਹਨਾਂ ਨੂੰ ਹੋਰ ਕੰਮ ਨਹੀਂ ਸੀ ਕੋਈ ਆਉਂਦਾ। ਤੇ ਇਹ ਵਿਚਾਰੇ ਰੋਂਦੇ ਪਿੱਟਦੇ ਚਲੇ ਗਏ ਪੀਰ ਬੁੱਧੂ ਸ਼ਾਹ ਜੀ ਦੇ ਕੋਲ ਸਢੌਰੇ ਕਿ ਪੀਰ ਜੀ ਸਾਡੀ ਤਾਂ ਰੋਜੀ ਮਾਰੀ ਗਈ, ਬੱਚੇ ਭੁੱਖੇ ਰੁਲਦੇ ਤੇ ਮਹਾਰਾਜ ਜੇ ਮਹੀਨਾ 2 ਮਹੀਨੇ ਨੌਕਰੀ ਨਾ ਮਿਲੀ, ਜਿਹੜੇ ਪੈਸੇ ਜੋੜੇ ਸੀ ਉਹ ਤਾਂ ਖਾਧੇ ਪੀਤੇ ਗਏ ਨੇ, ਸਾਨੂੰ ਆਪਣੇ ਘੋੜੇ ਵੇਚਣੇ ਪੈਣੇ ਆ, ਆਪਣੀਆਂ ਤਲਵਾਰਾਂ ਢਾਲਾਂ ਬਰਛੇ ਬੰਦੂਕਾਂ ਸ਼ਸਤਰ ਵੇਚ ਕੇ ਰੋਟੀ ਖਾਣੀ ਪੈਣੀ ਹੈ ਤੇ ਸਾਨੂੰ ਕਿਰਪਾ ਕਰੇ ਕਿਤੇ ਨੌਕਰੀ ਦਵਾਓ। ਤੇ ਪੀਰ ਬੁੱਧੂ ਸ਼ਾਹ ਨੇ ਨਾ 500 ਪਠਾਨਾਂ ਨੂੰ ਕਲਗੀਧਰ ਪਾਤਸ਼ਾਹ ਦੀ ਫੌਜ ਵਿੱਚ ਭਰਤੀ ਕਰਾਤਾ ਸੀ। ਤੋ ਵਜ਼ੀਰ ਦੇਵੀ ਦਾਸ ਦੇਖ ਕੇ ਆਇਆ ਪੌਂਡੇ ਤੋਂ, ਉਹ ਕਹਿੰਦਾ ਜੀ 500 ਦੇ ਪਠਾਨ ਗੁਰੂ ਦੀ ਫੌਜ ਵਿੱਚ ਹਨ, ਸਭ ਤੇ ਉਰੇ ਭਰੇ ਬਲ ਤਾਰ। ਉਹ ਸਾਰਿਆਂ ਤੋਂ ਉਰਲੇ ਪਾਸੇ ਸਭ ਤੋਂ ਪਹਿਲਾਂ ਉਹ ਮੋਰਚੇ ਤੇ ਬੈਠੇ ਹੋਏ ਨੇ ਪਠਾਨ। ਜਦੋਂ ਤੁਸੀਂ ਕਦਮ ਅੱਗੇ ਧਰੋਗੇ ਤੇ ਪਠਾਨਾਂ ਦੀਆਂ ਬੰਦੂਕਾਂ ਦਾ ਮੂੰਹ ਤੁਹਾਡੇ ਵੱਲ ਹੀ ਹੈ, ਉਹਨਾਂ ਨੇ ਠਾ ਗੋਲੀਆਂ ਸਿੱਧੀਆਂ ਤੁਹਾਡੀ ਛਾਤੀ 'ਚ ਮਾਰਨੀਆਂ ਨੇ। ਬਾਣ ਸਰਾਸਨ ਤਾਰਨ ਹਾਰੇ। ਔਰ ਸਾਰੇ ਹੀ ਬੰਦੂਕਾਂ ਦੇ ਤੀਰ ਕਮਾਨਾਂ ਦੇ ਮਾਰ ਨੇ, ਸ਼ਸਤਰ ਵਿਦਿਆ ਦੇ ਮਾਰ ਨੇ ਪਠਾਨ। ਖੜਗ ਤੁਪਕ ਯੁੱਧ ਭਿੜਨ ਕਰਾਰੇ। ਉਹ ਢਾਲ ਤਲਵਾਰ ਦੇ ਵੀ ਬੜੇ ਖਿਡਾਰੀ ਨੇ, ਭਿੜਨਾ ਜਾਣਦੇ ਨੇ, ਕਿਉਂਕਿ ਪਠਾਨ ਦਾ ਬੱਚਾ ਜੰਮਦਾ ਹੀ ਉਹ ਜੰਗ ਦੇ ਵਿੱਚ ਹੈ, ਉਹ ਤਾਂ ਗੁੜਤੀ ਜੰਗ ਦੀ ਦਿੰਦੇ ਨੇ। ਭਾਵੇਂ ਸਾਧ ਸੰਗਤ ਜੀ ਅੱਜ ਆਪਾਂ ਜਿਹੜੇ ਆ ਨਾ ਕਲਗੀਧਰ ਪਾਤਸ਼ਾਹ ਦੇ ਵਾਰਸ, ਆਪਾਂ ਕਲਗੀਧਰ ਦੇ ਸ਼ਸਤਰਾਂ ਨੂੰ ਛੱਡ ਦਿੱਤਾ। ਆਪਾਂ ਸਿਰਫ 6 ਇੰਚੀ ਕਿਰਪਾਨ ਪਾਉਂਦੇ ਆ, ਉਹ ਵੀ ਡਰਦੇ ਮਾਰੇ ਵੀ ਥੱਲਿਓਂ ਦੀ ਕੋਈ ਵੇਖ ਨਾ ਲਵੇ ਵੀ ਕਿਰਪਾਨ ਪਾਈ ਹੈ। ਪਰ ਉਹ ਪਠਾਨ ਜਿਹੜੇ ਨੇ ਉਹ ਅਜੇ ਵੀ ਉਦਾਂ ਹੀ ਸ਼ੋ ਪਿੱਛੇ ਜੀ ਜਦੋਂ ਆ ਰੌਲਾ ਜਿਹਾ ਚੱਲਿਆ ਸੀ ਨਾ, ਤੇ ਇੱਕ ਪਠਾਨ ਮੈਨੂੰ ਉਹਦੀ ਗੱਲ ਚੰਗੀ ਲੱਗੀ, ਭਾਵੇਂ ਉਹ ਵਿਰੋਧ ਦੀ ਗੱਲ ਕਰ ਰਿਹਾ ਸੀ। ਉਹ ਕਹਿੰਦਾ ਸਿੱਖੋ ਵੀ ਠੀਕ ਹੈ ਤੁਹਾਡਾ ਨਲੂਆ ਹੋਇਆ, ਪਰ ਹੁਣ ਤੁਸੀਂ ਨਲੂਏ ਵਰਗੇ ਕੋਈ ਨਹੀਂ, ਤੁਸੀਂ ਤੇ ਭੰਗੜੇ ਪਾਉਣ ਵਾਲੇ ਹੋ, ਤੁਸੀਂ ਤੇ ਹੁਣ ਕਲੱਬਾਂ 'ਚ ਨੱਚਦੇ ਹੋ। ਉਹ ਸੂਰਮੇ ਹੋਰ ਹੀ ਸੀਗੇ ਜਿਹੜੇ ਸਾਡੇ ਤੇ ਰਾਜ ਕਰ ਗਏ ਨੇ। ਸੋ ਖਾਲਸਾ ਜੀ, ਉਹ ਪਠਾਨ ਜਿਹੜੇ ਨੇ ਉਹਨਾਂ ਦੀ ਤਾਂ ਲੜਾਈ ਦੇ ਵਿੱਚ ਹੀ ਉਹਨਾਂ ਦਾ ਜਨਮ ਹੁੰਦਾ। ਉਹ ਤਾਂ ਕਹਿੰਦੇ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ ਹੁੰਦੀਆਂ ਨੇ। ਤਾਂ ਉਹ ਪਠਾਨ ਗੁਰੂ ਦੀ ਫੌਜ ਵਿੱਚ 500 ਹਨ। ਦੇਸ਼ ਵਿਦੇਸ਼ੀ ਪਾਟ ਸਿੱਖ ਸੰਗਤ। ਤੇ ਗੁਰੂ ਦੇ ਕੋਲ ਮਾਝੇ ਦੇ, ਮਾਲਵੇ ਦੇ, ਦੁਆਬੇ ਦੇ, ਪੁਆਧ ਦੇ, ਪੰਜਾਬ ਦੇ ਸਿੱਖ ਬੜੇ ਹਨ ਜਿਹੜੇ ਗੁਰੂ ਤੋਂ ਆਪਣੀਆਂ ਜਾਨਾਂ ਮਾਰਨ ਲਈ ਤਿਆਰ ਬਰ ਤਿਆਰ ਬੈਠੇ ਹਨ। ਥਲ ਥਲ ਥਰੇ ਭਿਖੀ ਬਹੁ ਪੰਗਤ। ਮੈਂ ਝੂਠ ਨਹੀਂ ਬੋਲਦਾ। ਪੌਂਟੇ ਦੇ ਮੀਲ ਪਰਾਂ ਚਲੇ ਜਾਓ, ਮੀਲ ਉਰਾਂ ਚਲੇ ਜਾਓ, ਮੀਲ ਇੱਧਰ ਚਲੇ ਜਾਓ, ਮੀਲ ਇੱਧਰ ਚਲੇ ਜਾਓ, ਜਿੱਧਰ ਚਲੇ ਜਾਓ ਮੀਲਾਂ ਦੇ ਵਿੱਚ ਤੰਬੂ ਲੱਗੇ ਨੇ, ਛਾਉਣੀਆਂ ਪਈਆਂ ਨੇ। ਗੁਰੂ ਦੇ ਸਿੱਖ ਥਾਂ ਥਾਂ ਦੇ ਅਕਾਲ ਹੀ ਅਕਾਲ ਗਜਾਉਂਦੇ ਨੇ। ਬ੍ਰਿੰਦੇ ਉਦਾਸੀ ਵਿਚਰਤ ਹੀਰੇ। 500 ਦੇ ਉਦਾਸੀ ਸਾਧ ਵੱਡੀਆਂ ਵੱਡੀਆਂ ਜਟਾਂ ਸਿਰ ਦੇ ਉੱਤੇ ਰੱਖੀਆਂ ਨੇ, ਮੋਢੇ ਤੇ ਸੋਟੇ ਰੱਖੇ ਹੋਏ ਨੇ ਤੇ ਬੜੇ ਪਲੇ ਹੋਏ ਨੇ। ਖਾਏ ਕੜਾਹੇ ਸੋ ਪੁਸ਼ਟ ਬਡੇਰੇ। ਉਹ ਜਿਹੜੇ ਉਦਾਸੀ ਨੇ ਉਹ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਛਕ ਕੇ ਬੜੇ ਰਾਜੀ ਹੋਏ ਨੇ। ਬੜੇ ਲਾਲ ਚਿਹਰੇ ਉਹਨਾਂ ਦੇ ਸੁਰਖ ਤੇ ਬੜੇ ਮੋਟੇ ਮੋਟੇ ਤਗੜੇ ਤਗੜੇ ਜਵਾਨ ਨੇ। ਹਿਰਦੇ ਅਚੰਭ ਪਇਓ ਦਲ ਜੋਵਾ। ਮੈਂ ਗੁਰੂ ਦਾ ਦਲ ਵੇਖ ਕੇ ਆਇਆ, ਗੁਰੂ ਦੀ ਫੌਜ ਵੇਖ ਕੇ ਆਇਆ। ਮੈਂ ਗੁਰੂ ਦਾ ਦਲ ਵੇਖ ਕੇ ਹੈਰਾਨ ਹੋ ਗਿਆ।
ਵੀ ਐਡੀ ਫੌਜ, ਐਡਾ ਵੱਡਾ ਪਸਾਰਾ ਤੇ ਸਾਡੇ ਕਿਸੇ ਰਾਜੇ ਦਾ ਵੀ ਨਹੀਂ ਹੈ। ਸੰਗ੍ਰਹਿ ਇਤੋ ਕਵਨ ਵਿਦ ਹੋਵਾ। ਮੈਂ ਹੈਰਾਨ ਹਾਂ ਵੀ ਗੁਰੂ ਕੋਲ ਇੰਨਾ ਇਕੱਠ ਹੋ ਕਿਵੇਂ ਗਿਆ ਹੈ। ਗੁਰੂ ਕੋਲ ਕੋਈ ਰਿਆਸਤ ਨਹੀਂ, ਕੋਈ ਆਮਦਨ ਨਹੀਂ, ਕਿਉਂਕਿ ਸਰਕਾਰ ਫੌਜ ਰੱਖਦੀ ਹੈ, ਉਹਨਾਂ ਨੂੰ ਆਮਦਨ ਹੁੰਦੀ ਹੈ, ਲੋਕਾਂ ਤੋਂ ਟੈਕਸ ਲੈਂਦੇ ਨੇ, ਉਹ ਟੈਕਸ ਦੇ ਨਾਲ ਖਜ਼ਾਨੇ ਭਰ ਕੇ ਆਪਣੇ ਤੇ ਫਿਰ ਫੌਜ ਨੂੰ ਤਨਖਾਹ ਦਿੰਦੇ ਨੇ। ਇਹ ਗੁਰੂ ਤਨਖਾਹਾਂ ਕਿੱਥੋਂ ਦੇਈ ਜਾਂਦਾ ਇੰਨੀ ਫੌਜ ਨੂੰ? ਇੰਨੇ ਘੋੜਿਆਂ ਦਾ ਖਰਚਾ, ਘੋੜਿਆਂ ਦੇ ਘਾਹ ਪੱਠੇ ਦਾ ਖਰਚਾ, ਜਵਾਨਾਂ ਦੀ ਵਰਦੀਆਂ ਦਾ ਖਰਚਾ, ਹਥਿਆਰਾਂ ਦਾ ਖਰਚਾ, ਲੰਗਰਾਂ ਦਾ ਖਰਚਾ ਕਿੱਥੋਂ ਉਠਾ ਰਿਹਾ ਗੁਰੂ? ਮੈਂ ਹੈਰਾਨ ਹਾਂ, ਬਿਨਾਂ ਕਿਸੇ ਰਿਆਸਤ ਦੇ, ਬਿਨਾਂ ਕਿਸੇ ਰਾਜ ਦੇ ਗੁਰੂ ਐਡਾ ਵੱਡਾ ਰਾਜ ਬਣਾਈ ਬੈਠਾ ਹੈ। ਅਤ ਉਤਸਾਹਾ ਲਰਨ ਕੋ ਜਿਨ ਮੈਂ। ਤੇ ਫਿਰ ਗੁਰੂ ਦੇ ਜਿੰਨੇ ਵੀ ਸਿੱਖ ਨੇ, ਜਿੰਨੀ ਵੀ ਗੁਰੂ ਦੀ ਫੌਜ ਹੈ, ਸਾਰਿਆਂ ਦੇ ਮੱਥੇ ਤੇ ਲਾਲੀ ਹੈ ਵੀ ਆ ਜੰਗ ਕਰਾਂਗੇ। ਉਹ ਜੰਗ ਦੇ ਲਈ ਤਿਆਰ ਬਰ ਤਿਆਰ ਹੋਈ ਬੈਠੇ ਨੇ, ਉਹਦਾ ਉਡੀਕ ਕਰ ਰਹੇ ਨੇ ਵੀ ਕਿਹੜੀ ਘੜੀ ਆਵੇ ਤੇ ਦੋ ਦੋ ਹੱਥ ਕਰੀਏ। ਲਖਿਅਤ ਮਨੋ ਲਈ ਜੈ ਰਣ ਮੈਂ। ਉਹ ਤਾਂ ਇੰਝ ਹੀ ਸੋਚੀ ਬੈਠੇ ਆ ਵੀ ਸਾਡੀ ਜਿੱਤ ਹੋਈ ਪਈ ਹੈ। ਤੁਸੀਂ ਤਾਂ ਇਹ ਸੋਚਦੇ ਪਏ ਹੋ ਵੀ ਲੜਾਂਗੇ, ਹਾਰਾਂਗੇ ਕਿ ਜਿੱਤਾਂਗੇ। ਉਹ ਤਾਂ ਕਹਿੰਦੇ ਸੀ ਜਿੱਤੇ ਹੀ ਪਏ ਆ। ਪਹਿਲਾਂ ਹੀ ਉਹਨਾਂ ਨੇ ਇਰਾਦਾ ਕੀਤਾ ਹੋਇਆ ਵੀ ਜਿਹੜਾ ਵੀ ਆਏਗਾ, ਜਿਹੜਾ ਅੜੇਗਾ ਸੋ ਝੜੇਗਾ। ਹਾਂਜੀ, ਮੈਂ ਮਸਲਤ ਕਬ ਕਹੋ ਨਾ ਦਰਬੇ। ਦੇਵੀਦਾਸ ਕਹਿਣ ਲੱਗਾ ਮੈਂ ਤੁਹਾਡਾ ਵਜ਼ੀਰ ਹਾਂ, ਮੈਨੂੰ ਹੱਕ ਹੈ ਤੁਹਾਨੂੰ ਸਲਾਹ ਦੇਣ ਦਾ। ਮੈਂ ਤੁਹਾਨੂੰ ਕਦੀ ਜੰਗ ਦੀ ਸਲਾਹ ਨਹੀਂ ਦਿਆਂਗਾ। ਮੈਂ ਨਹੀਂ ਕਹਾਂਗਾ ਵੀ ਤੁਸੀਂ ਗੁਰੂ ਨਾਲ ਲੜੋ। ਜੇ ਤੁਸੀਂ ਲੜੋਗੇ ਤੇ ਨੁਕਸਾਨ ਤੁਹਾਡਾ ਹੀ ਹੋਵੇਗਾ। ਤੁਮ ਕਰੀ ਹੈ ਜਿਸ ਵਿਦ ਬੁੱਧ ਤਰਬੇ। ਬਾਕੀ ਤੁਸੀਂ ਸਿਆਣੇ ਹੋ, ਰਾਜੇ ਹੋ, ਮੈਂ ਨੌਕਰ ਹਾਂ, ਤੁਸੀਂ ਮਾਲਕ ਹੋ। ਕਰਨੀ ਤਾਂ ਤੁਸੀਂ ਆਪਣੀ ਮਰਜ਼ੀ ਹੈ, ਕਰਨੀ ਤੁਸੀਂ ਆਪਣੀ ਮਰਜ਼ੀ ਹੈ। ਕਹਿੰਦੇ ਪਰ ਮੈਂ ਸਲਾਹ ਦੇਣੀ ਹੈ। ਜੇ ਸਲਾਹ ਪੁੱਛੀ ਹੈ ਤਾਂ ਸਲਾਹ ਇਹ ਹੈ ਵੀ ਗੁਰੂ ਨਾਲ ਲੜਨ ਦੀ ਗੱਲ ਸੋਚਿਆ ਜੇ ਵੀ ਨਾ, ਦਿਮਾਗ 'ਚ ਨਾ ਲਿਆਇਆ ਜੇ ਵੀ ਆਪਾਂ ਲੜਨਾ। ਹੱਥ ਜੋੜ ਕੇ ਆਪਣਾ ਟਾਈਮ ਲੰਘਾਓ ਜਿਵੇਂ ਲੰਘਦਾ। ਹਾਂਜੀ, ਸੁਨ ਵਜ਼ੀਰ ਤੇ ਗੁਰ ਕੀ ਗਾਥਾ। ਜਦੋਂ ਰਾਜਿਆਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਦਲ ਬਲ ਬਾਰੇ ਵਜ਼ੀਰ ਦੇਵੀਦਾਸ ਤੋਂ ਸੁਣਿਆ, ਠਾਨੀ ਮੋਨ ਜਿਤਕ ਗਿਰਨਾਥਾ। ਸਾਰੇ ਚੁੱਪ ਕਰ ਗਏ, ਸੋਚਾਂ 'ਚ ਪੈ ਗਏ ਵੀ ਹੈ ਗੁਰੂ ਕੋਲ ਇੰਨੀ ਪਾਵਰ ਹੈ, ਗੁਰੂ ਕੋਲ ਇੰਨਾ ਦਲ ਹੈ, ਇੰਨਾ ਬਲ ਹੈ, ਇੰਨੇ ਹਥਿਆਰ ਨੇ, ਇੰਨੇ ਘੋੜੇ ਨੇ, ਇੰਨੀ ਫੌਜ ਹੈ। ਇਹ ਸੋਚ ਕੇ ਭੀਮ ਚੰਦ ਕੋ ਚਿੰਦ ਬਿਲੰਦਾ। ਬਾਕੀਆਂ ਨੂੰ ਤਾਂ ਇੰਨਾ ਕੋਈ ਨਹੀਂ ਸੀ ਜਿੰਨੀ ਚਿੰਤਾ ਭੀਮ ਚੰਦ ਨੂੰ ਸੀ। ਪੁੱਤਰ ਵਿਆਹਣਾ ਸੀ, ਮੁਟਸੇਰਿਆਂ ਵਾਲਾ ਪੁੱਤਰ ਨਾਲ ਹੋਵੇ, ਬਰਾਤ ਲੈ ਕੇ ਤੁਰਿਆ ਹੋਵੇ, ਅੱਗੋਂ ਰਸਤਾ ਰੁਕਿਆ ਹੋਵੇ। ਹੁਣ ਜੰਗ ਕਰਨਾ ਤਾਂ ਹੈ ਪਰ ਜੰਗ ਵਿਆਹ ਤੋਂ ਬਾਅਦ ਕਰਾਂਗੇ, ਪਹਿਲਾਂ ਨਹੀਂ ਕਰ ਸਕਦੇ। ਬੜੀ ਭਾਰੀ ਚਿੰਤਾ ਰਾਜੇ ਭੀਮ ਚੰਦ ਨੂੰ ਲੱਗੀ ਹੋਈ ਹੈ। ਛੰਦ ਬੰਦ ਕੋ ਨਹੀਂ ਪੁਜੰਦਾ। ਰਾਜੇ ਭੀਮ ਚੰਦ ਨੂੰ ਹੁਣ ਕੋਈ ਸੁਝਦਾ ਨਹੀਂ, ਕੀ ਕੀਤਾ ਜਾਵੇ। ਲੜਾਈ ਕਰੀਏ ਤਾਂ ਨੁਕਸਾਨ ਹੈ, ਨਾ ਕਰੀਏ ਤਾਂ ਵੀ ਨੁਕਸਾਨ ਹੈ। ਜੇ ਲੜਦੇ ਆ ਤੇ ਵਿਆਹ ਵਿੱਚ ਵਿਘਨ ਪਏਗਾ, ਜੇ ਨਹੀਂ ਵੀ ਲੜਦੇ ਤਾਂ ਵੀ ਵਿਆਹ 'ਚ ਵਿਘਨ ਤਾਂ ਪੈ ਹੀ ਗਿਆ। ਰਸਤਾ ਦਾ ਰੁਕਿਆ ਹੋਇਆ, ਬਰਾਤ ਤਾਂ ਜਾ ਨਹੀਂ ਸਕਦੀ ਟਾਈਮ ਸਿਰ। ਹਾਂਜੀ, ਸੁਨ ਵਜ਼ੀਰ ਤੈ ਮੰਤਰ ਬਤਾਵਾ। ਸੋਚ ਸਮਝ ਕੇ ਠੰਡੇ ਦਿਮਾਗ ਨਾਲ ਰਾਜਾ ਭੀਮ ਚੰਦ ਦੇਵੀਦਾਸ ਵਜ਼ੀਰ ਨੂੰ ਕਹਿਣ ਲੱਗਾ, ਹੇ ਵਜ਼ੀਰ ਦੇਵੀਦਾਸ, ਜਿਹੜੀ ਤੂੰ ਸਲਾਹ ਦਿੱਤੀ ਹੈ, ਦੂਲੋ ਏਕਲ ਚਹਿ ਪਠਾਵਾ। ਤੂੰ ਕਹਿਣਾ ਵੀ ਕੱਲੇ ਲਾੜੇ ਨੂੰ, ਕਾਕੇ ਜਮੇਰ ਚੰਦ ਨੂੰ ਭੇਜ ਦਈਏ। ਜੇ ਸਤਿਗੁਰੂ ਗਹਿ ਕਰ ਹੈ ਕੈਦ। ਜੇ ਕਿਤੇ ਸਾਡੇ ਮੁੰਡੇ ਨੂੰ, ਕੱਲੇ ਨੂੰ ਗੁਰੂ ਗੋਬਿੰਦ ਸਿੰਘ ਨੇ ਫੜ ਲਿਆ, ਕੈਦ ਕਰ ਲਿਆ ਪੌਂਟੇ ਵਿੱਚ, ਬਹੁਰ ਚਟਾਵਨ ਕਹਾ ਉਮੈਦ। ਫਿਰ ਉਹਨਾਂ ਨੂੰ ਛੁਡਾਏਗਾ ਕੌਣ? ਮੁੰਡੇ ਨੂੰ, ਫੇਰੇ ਪੁੱਤਰ ਨੂੰ ਗੁਰੂ ਗੋਬਿੰਦ ਸਿੰਘ ਦੀ ਕੈਦ ਚੋਂ ਕੌਣ ਛੁਡਾਏਗਾ? ਉੱਥੇ ਕੀ ਬਣੇਗਾ ਮੇਰੇ ਲੜਕੇ ਨਾਲ, ਕੱਲੇ ਨਾਲ? ਕੀ ਪਤਾ ਦੁਸ਼ਮਣ ਦੇ ਕਾਬੂ ਆਇਆ ਫਿਰ ਉਹ ਕੋਈ ਘੱਟ ਤਾਂ ਨਹੀਂ ਗੁਜ਼ਾਰਦਾ ਹੁੰਦਾ। ਤੋ ਇਹ ਸੋਚੋ ਵੀ ਜੇ ਆਪਾਂ ਮੁੰਡਾ ਕੱਲਾ ਭੇਜ ਦਈਏ, ਗੁਰੂ ਫੜ ਲਵੇ, ਪੌਂਟੇ ਵਿੱਚ ਕੈਦ ਕਰ ਲਵੇ, ਫਿਰ ਆਪਣਾ ਕੀ ਬਣੇਗਾ? ਪ੍ਰੇਸਤ ਕੋ ਇਮ ਬਿਗਨ ਵਿਸਾਲਾ। ਮੇਰਾ ਪਿਆਰਾ ਪੁੱਤਰ ਹੈ, ਜਮੇਰ ਚੰਦ ਹੈ, ਉਹ ਮੁਸੀਬਤ 'ਚ ਪੈ ਜਾਏਗਾ। ਮੋਤੇ ਸਹਿਓ ਨਾ ਜਾਏ ਕਰਾਲਾ। ਮੇਰਾ ਮੁੰਡਾ ਕੈਦ ਵਿੱਚ, ਦੁਸ਼ਮਣ ਦੀ ਕੈਦ ਵਿੱਚ ਪਿਆ ਹੋਵੇ ਤੇ ਉਹ ਜਿਹੜੀ ਮਰਜ਼ੀ ਗੁਰੂ ਮੇਰੇ ਤੋਂ ਸ਼ਰਤ ਮਨਾਵੇ ਤੇ ਮੈਨੂੰ ਮੰਨਣੀ ਪੈਣੀ ਆ। ਫਿਰ ਕੀ ਕਰਾਂਗੇ ਆਪਾਂ? ਤੂੰ ਇਹ ਤਾਂ ਕਹਿ ਦਿੱਤਾ ਵੀ ਗੁਰੂ ਲੜਕੇ ਨੂੰ ਭੇਜ ਦਿਓ, ਪਰ ਲੜਕੇ ਨੂੰ ਭੇਜਣ ਵਿੱਚ ਵੀ ਤਾਂ ਖਤਰਾ ਹੈ। ਅਪ ਜਸ ਜਗ ਮਹਿ ਪਖ ਹੈ ਸਾਰੇ। ਜੇ ਕਿਤੇ ਗੁਰੂ ਨੇ ਮੇਰਾ ਮੁੰਡਾ ਫੜ ਲਿਆ
ਕੈਦ ਕਰ ਲਿਆ ਮੇਰਾ ਪੁੱਤਰ, ਤੇ ਸਾਰੀ ਦੁਨੀਆ ਮੈਨੂੰ ਹੀ ਤੋਏ ਤੋਏ ਕਰੇਗੀ, ਮੈਨੂੰ ਹੀ ਕਹਿਣਗੇ ਵੀ ਐਡਾ ਸਿਆਣਾ ਬਿਆਣਾ ਹੋ ਕੇ ਕਿੱਡੀ ਮੂਰਖਤਾ ਕੀਤੀ, ਕੱਲਾ ਮੁੰਡਾ ਦੁਸ਼ਮਣ ਦੇ ਡੇਰੇ 'ਚ ਭੇਜ ਦਿੱਤਾ, ਸਾਰੀ ਦੁਨੀਆ ਮੇਰੇ ਤੇ ਹੱਸੇਗੀ। ਬੁੱਧ ਅਰ ਬਲ ਮੇਰੋ ਤਿਤਕਾਰੇ, ਕਹਿਣਗੇ ਰਾਜਾ ਭੀਮ ਚੰਦ ਆਪਣੇ ਆਪ ਨੂੰ ਬੜਾ ਚਤਰ ਚਲਾਕ ਬਣਦਾ ਸੀ, ਬੁੱਧੀ ਦੇ ਪੜਦਾ ਪੈ ਗਿਆ। ਇਹਦੀ ਬੁੱਧੀ ਕਾਹਦੀ ਹੈ? ਇਹ ਰਾਜਾ ਕਾਹਦਾ ਜਿਹੜਾ ਆਪਣੇ ਪੁੱਤਰ ਨੂੰ ਫਸਾ ਕੇ ਬਹਿ ਗਿਆ। ਸਾਰੇ ਮੈਨੂੰ ਧਿਕਾਰਾਂ ਦੇਣਗੇ, ਲਾਹਨਤਾਂ ਪਾਣਗੇ। ਗੁਰ ਕੋ ਤਾਨ ਕੀ ਚਾਹੇ ਨਾ ਕੋਏ। ਫਿਰ ਗੁਰੂ ਗੋਬਿੰਦ ਸਿੰਘ ਨੂੰ ਲਾਲਚ ਕੋਈ ਨਹੀਂ ਪੈਸੇ ਦਾ। ਲਾਲਚੀ ਬੰਦੇ ਨੂੰ ਪੈਸੇ ਦਿਖਾਈਏ, ਉਹਦੇ ਕੋਲ ਪੁੱਤਰ ਛੁਡਾ ਲਈ ਜਾਂਦਾ, ਪੈਸਾ ਦੇ ਕੇ ਛੁਡਾ ਲਈ ਨਾ। ਜੇ ਗੁਰੂ ਗੋਬਿੰਦ ਸਿੰਘ ਕੋਲ ਮੰਨ ਲਓ ਮੇਰਾ ਲੜਕਾ ਫਸ ਗਿਆ, ਉਹਨੇ ਕੈਦ ਕਰ ਲਿਆ, ਤੇ ਮੈਂ ਕਹਾਂ ਵੀ ਲੱਖ ਰੁਪਈਆ ਲੈ ਲਓ, 2 ਲੱਖ ਲੈ ਲਓ, 5 ਲੱਖ ਲੈ ਲਓ, ਛੱਡ ਦਿਓ, ਗੁਰੂ ਲਾਲਚੀ ਕੋਈ ਨਹੀਂ, ਉਹਨੇ ਛੱਡਣਾ ਕੋਈ ਨਹੀਂ। ਕਿਉਂਕਿ ਪੈਸੇ ਦੇ ਲਾਲਚ ਨਾਲ ਕਈ ਵਾਰੀ ਕੰਮ ਬਣ ਜਾਂਦਾ, ਪਰ ਅਗਲਾ ਲਾਲਚੀ ਹੋਵੇ ਤਾਂ ਹੈ ਨਾ, ਗੁਰੂ ਲਾਲਚੀ ਕੋਈ ਨਹੀਂ ਹੈ। ਹਾਂਜੀ, ਜਿਸ ਕੋ ਦੇ ਮੁਝਵਾਵੋ ਸੋਏ। ਜੇ ਕਿਤੇ ਗੁਰੂ ਗੋਬਿੰਦ ਸਿੰਘ ਲਾਲਚੀ ਹੁੰਦਾ ਤੇ ਮੈਂ 5-7 ਲੱਖ ਰੁਪਈਆ ਦੇ ਕੇ ਮੁੰਡਾ ਛੁਡਾਉਣ ਦੀ ਸੋਚ ਸਕਦਾ। ਤੂੰ ਇਹ ਅਗਲੀ ਸੋਚ ਵੀ ਪੁੱਤਰ ਨੂੰ ਉੱਥੇ ਭੇਜਣ ਵਿੱਚ ਕਿੱਡਾ ਵੱਡਾ ਨੁਕਸਾਨ ਹੋ ਸਕਦਾ ਹੈ। ਮਸਲਤ ਆਪ ਕਰੋ ਹਿਤ ਜਾਣੈ। ਹੁਣ ਸਲਾਹ ਕਰ, ਦੱਸ ਤੂੰ ਕੀ ਕਰੀਏ ਆਪਾਂ। ਜਿਮ ਦੁਲਹੋ ਸ੍ਰੀ ਨਗਰ ਪਿਆਨੈ। ਸਾਰੇ ਵਿਚਾਰ ਕਰੋ, ਠੰਡੇ ਦਿਮਾਗ ਨਾਲ ਸੋਚੋ। ਜਿਵੇਂ ਕਿਵੇਂ ਜਿਹੜਾ ਤੈਨੂੰ ਧੂਲ ਦਾ ਸਮਾਂ ਹੈ, ਤੈਨੂੰ ਧੂਲ ਕਹਿੰਦੇ ਨੇ ਲਾਵਾਂ ਦਾ ਟਾਈਮ, ਜਦੋਂ ਵੇਦੀ ਦੇ ਉੱਤੇ ਉਹ ਪੰਡਤ ਲੋਕ ਮੰਤਰ ਪੜ੍ਹਦੇ ਨੇ ਤੇ ਵਿਆਹ ਕਰਦੇ ਨੇ ਲਾੜੀ ਲਾੜੇ ਦਾ, ਉਹ ਜਿਹੜਾ ਟਾਈਮ ਹੈ ਕਿਤੇ ਲੰਘ ਨਾ ਜਾਵੇ। ਉਸ ਤੋਂ ਪਹਿਲਾਂ ਸਾਡਾ ਲੜਕਾ ਦੂਲਾ ਲਾੜਾ ਸ੍ਰੀਨਗਰ ਪਹੁੰਚ ਜਾਣਾ ਚਾਹੀਦਾ ਹੈ। ਸੁਣ ਪ੍ਰਧਾਨ ਬਖਾਨੇ ਬੈਨ। ਇਹ ਸੁਣ ਕੇ ਪ੍ਰਧਾਨ ਮੰਤਰੀ ਵਜ਼ੀਰ ਜਿਹੜਾ ਸੀ ਉਹ ਬੋਲਿਆ, ਉਹ ਗਿਰੰਦਰ ਇਮ ਕੀਜੈ ਭੈਨ। ਕਹਿਣ ਲੱਗਾ ਮਹਾਰਾਜ ਮੇਰੀ ਗੱਲ ਮੰਨੋ, ਗੁਰੂ ਗੰਭੀਰ ਤੀਰ ਬਲਬੀਰ। ਤੁਸੀਂ ਇਹ ਨਾ ਸੋਚੋ ਵੀ ਗੁਰੂ ਤੁਹਾਡੇ ਪੁੱਤਰ ਨੂੰ ਕੈਦ ਕਰ ਲੇਗਾ, ਕਿਉਂਕਿ ਕਮੀਨੀਆਂ ਗੱਲਾਂ ਗੁਰੂ ਨਹੀਂ ਕਰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਬੜੀ ਮਹਾਨ ਹਸਤੀ ਹੈ। ਗੁਰੂ ਗੰਭੀਰ ਧੀਰ ਬਲਬੀਰ। ਗੁਰੂ ਬੜਾ ਗੰਭੀਰ ਡੂੰਘੇ ਖਿਆਲਾਂ ਵਾਲਾ ਹੈ। ਗੁਰੂ ਬੜਾ ਬਲਬੀਰ ਸੂਰਮਾ ਯੋਧਾ ਹੈ ਤੇ ਧੀਰਜਵਾਨ ਹੈ। ਉਹ ਇਹ ਕੰਮ ਤਾਂ ਬੁਝਦਿਲ ਕਾਇਰ ਨੀਵੀਂ ਬਿਰਤੀ ਵਾਲੇ ਲੋਕ ਕਰਦੇ ਆ, ਸੂਰਮੇ ਇਦਾਂ ਦਾ ਕੰਮ ਨਹੀਂ ਕਰਦੇ। ਇਮ ਨਹਿ ਕਰਹਿ ਗਏ ਤੇ ਤੀਰ। ਜਦੋਂ ਤੁਹਾਡਾ ਪੁੱਤਰ ਗੁਰੂ ਦੀ ਸ਼ਰਨ ਜਾਏਗਾ, 2-4 ਸਿਆਣੇ ਬੰਦੇ ਨਾਲ ਭੇਜੋਗੇ, ਗੁਰੂ ਨੂੰ ਮੱਥਾ ਟੇਕਣਗੇ, ਤੇ ਗੁਰੂ ਏਦਾਂ ਘਟੀਆ ਹਰਕਤ ਨਹੀਂ ਕਰੇਗਾ ਵੀ ਤੇਰੇ ਪੁੱਤਰ ਨੂੰ ਕੈਦ ਕਰ ਲਵੇ। ਮਹਾ ਕਿਰਪਾਲ ਗਿਆਨ ਗੁਣਵੰਦ। ਮੈਂ ਜਾਣਦਾ ਗੁਰੂ ਗੋਬਿੰਦ ਸਿੰਘ ਮਹਾ ਕਿਰਪਾਲੂ ਹੈ, ਮਹਾਨ ਦਿਆਲੂ ਹੈ। ਗੁਰੂ ਬੜਾ ਧੀਰਜਵਾਨ, ਸਮਝਦਾਰ, ਹਰ ਪੱਖ ਨੂੰ ਜਾਣਦਾ ਹੈ। ਅਸ ਕਾਰਜ ਨਹਿ ਕਰਹਿ ਕਦੰਤ। ਉਹ ਗੁਣਾਂ ਦਾ ਖਜ਼ਾਨਾ ਹੈ, ਇਹੋ ਜਿਹਾ ਘਟੀਆ ਕੰਮ ਕਦੀ ਵੀ ਨਹੀਂ ਕਰ ਸਕਦਾ। ਔਰ ਨਿਚਿੰਤ ਹੋਏ ਸੁਤ ਪਠ ਦੀਜੈ। हे ਰਾਜਾ ਭੀਮ ਚੰਦ ਜੀ, ਬੇਫਿਕਰ ਹੋ ਕੇ ਪੁੱਤਰ ਨੂੰ ਭੇਜ ਦਿਓ, ਲਾੜਾ ਭੇਜ ਦਿਓ, ਗੁਰੂ ਰਸਤਾ ਦੇ ਦੇਵੇਗਾ। ਮਾਰਗ ਅਪਰ ਆਪ ਗਮ ਨੀਜੈ। ਤੇ ਜੇ ਤੁਸੀਂ ਫੌਜਾਂ ਨਹੀਂ ਪਿਛਾ ਮੋੜਨੀਆਂ ਤੇ ਤੁਸੀਂ ਫੌਜਾਂ ਲੈ ਕੇ ਦੂਜੇ ਰਸਤੇ ਥਾਣੀ ਆਪਣੇ ਕੁੜਮਾਂ ਦੇ ਸ਼ਹਿਰ ਸ੍ਰੀਨਗਰ ਨੂੰ ਚਲੇ ਜਾਓ, ਪਰ ਮੁੰਡਾ ਵਿਆਹ ਤੇ ਪਹੁੰਚ ਜਾਵੇ, ਇਹਦੇ ਲਈ ਰਸਤਾ ਪੌਂਟੇ ਸਾਹਿਬ ਦਾ ਹੀ ਚੁਣ ਲਵੋ ਤੇ ਇਕੱਲੇ ਲੜਕੇ ਨੂੰ ਭੇਜ ਦਿਓ। ਮਸਲਤ ਸਾਰੇ ਮਾਨ ਇਹ ਮੇਰੀ। ਇਹ ਮੇਰੀ ਜਿਹੜੀ ਸਲਾਹ ਹੈ ਨਾ, ਮੰਨ ਲਓ ਤੁਸੀਂ। ਇਸ ਤੋਂ ਬਿਨਾਂ ਤੁਹਾਨੂੰ ਹੋਰ ਕੋਈ ਰਾਹ ਨਹੀਂ ਠੀਕ ਰਹਿਣਾ। ਜੇ ਤੁਸੀਂ ਲੜ ਕੇ ਗਏ ਤੇ ਲੜਾਈ 'ਚ ਤੁਹਾਡੀ ਹਾਰ ਹੋ ਜਾਣੀ ਹੈ ਤੇ ਬਹੁਤ ਕੀਮਤੀ ਜਾਨਾਂ ਚਲੀਆਂ ਜਾਣੀਆਂ ਨੇ। ਫਿਰ ਜੇ ਆਪਣੇ ਘਰ ਦੇ 2-4 ਵੱਡੇ ਬੰਦੇ ਮਾਰੇ ਗਏ, ਕੋਈ ਰਾਜਾ ਮਾਰਿਆ ਗਿਆ, ਕੋਈ ਵਜ਼ੀਰ ਮਾਰਿਆ ਗਿਆ, ਕੋਈ ਸੈਨਾਪਤੀ ਮਾਰਿਆ ਗਿਆ, ਫੌਜ ਮਾਰੀ ਗਈ, ਰੋਂਦੇ ਪਿੱਟਦੇ ਜਾ ਕੇ ਕੀ ਵਿਆਹ ਕਰੋਗੇ? ਉਹ ਵਿਆਹ ਕਾਹਦਾ ਵਿਆਹ ਹੋਏਗਾ ਜਿਹਦੇ 'ਚ ਇੱਕ ਪਾਸੇ ਵੈਣ ਪੈਂਦੇ ਹੋਣਗੇ, ਇੱਕ ਪਾਸੇ ਘੋੜੀਆਂ ਗਾਓਗੇ, ਇੱਕ ਪਾਸੇ ਲਾਣੀਆਂ ਪੜੋਗੇ। ਐਸਾ ਕੰਮ ਨਾ ਕਰੋ। ਤੁਸੀਂ ਸਿਆਣੇ ਬਣੋ, ਗੁਰੂ ਦੀ ਸ਼ਰਨ ਪਾ ਕੇ ਪੁੱਤਰ ਨੂੰ ਕੱਢ ਦਿਓ ਇਸ ਰਸਤੇ ਨੂੰ, ਪੌਂਟੇ ਤੋਂ ਲੰਘ ਜਾਵੇ ਤੇ ਆਪ ਦੂਜੇ ਰਸਤੇ ਥਾਣੀ ਤੁਸੀਂ ਸ੍ਰੀਨਗਰ ਚਲੇ ਜਾਓ।
ਜਾਣ ਆਪਣੀ ਛੇਮ ਪਲੇਰੀ। ਇਹਦੇ ਵਿੱਚ ਤੁਹਾਡਾ ਭਲਾ ਹੈ ਰਾਜਾ ਜੀ, ਸਾਰਿਆਂ ਦਾ ਭਲਾ ਹੈ ਸਾਡਾ। ਅਪਰ ਉਪਾਏ ਨਹੀਂ ਬਨ ਆਵੈ। ਹੋਰ ਕੋਈ ਉਪਾਅ ਨਹੀਂ ਬਣ ਆਉਂਦਾ, ਹੋਰ ਕੋਈ ਤਰੀਕਾ ਹੁਣ ਨਹੀਂ ਮੈਨੂੰ ਦਿਸਦਾ। ਜਿਸ ਤੇ ਸ੍ਰੀ ਨਗਰ ਮਹਿ ਜਾਵੈ। ਹੋਰ ਕੋਈ ਰਾਹ ਨਹੀਂ ਕਿ ਸ੍ਰੀਨਗਰ ਜਾ ਸਕੇ ਕੋਈ ਵਿਆਹ ਤੋਂ ਪਹਿਲਾ ਮੁੰਡਾ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਵਜ਼ੀਰ ਦੇਵੀਦਾਸ ਨੇ ਰਾਜੇ ਭੀਮ ਚੰਦ ਨੂੰ ਸਲਾਹ ਦਿੱਤੀ। ਰਾਜੇ ਨੇ ਉਹ ਸਲਾਹ ਮੰਨ ਕੇ ਆਪਣੇ ਪੁੱਤਰ ਅਜਮੇਰ ਚੰਦ ਨੂੰ ਵਜ਼ੀਰ ਦੇ ਨਾਲ 2-4 ਸਿਆਣੇ ਬੰਦੇ ਬਰਾਤੀ ਬਣਾ ਕੇ ਭੇਜੇ। ਗੁਰੂ ਕਲਗੀਧਰ ਪਾਤਸ਼ਾਹ ਨੂੰ ਕਿਵੇਂ ਮਿਲੇ? ਮਹਾਰਾਜ ਨੇ ਦੋਵਾਂ ਨੂੰ, ਵਜ਼ੀਰ ਨੂੰ ਵੀ ਲੜਕੇ ਨੂੰ ਵੀ ਸਰੋਪਾ ਵੀ ਦਿੱਤਾ ਤੇ ਆਖਿਆ, ਕਾਕਾ ਅਜਮੇਰ ਚੰਦ, ਜੇ ਤੇਰੇ ਪਿਓ ਦੀਆਂ ਕਰਤੂਤਾਂ ਤੇ ਜਾਈਏ ਤਾਂ ਤੈਨੂੰ ਅਸੀਂ ਹੁਣ ਕੈਦ ਕਰ ਲਈਏ ਤੇ ਆਪਣੀ ਈਨ ਬਣਾ ਕੇ ਛੱਡੀਏ, ਪਰ ਇਹ ਗੁਰੂ ਨਾਨਕ ਦਾ ਘਰ ਇਦਾਂ ਦੀਆਂ ਹਰਕਤਾਂ ਨਹੀਂ ਕਰਦਾ। ਕਬੀਰ ਜੇ ਦਰ ਆਵਤ ਜਾਤੇ ਹੋ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ। ਇਹ ਐਸਾ ਦਰ ਹੈ, ਇੱਥੇ ਸਭ ਦਾ ਭਲਾ ਮਨਾਇਆ ਜਾਂਦਾ, ਇੱਥੇ ਕਿਸੇ ਦਾ ਬੁਰਾ ਨਹੀਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਕਥਾ ਆਪਾਂ ਕੱਲ੍ਹ ਦੇ ਪ੍ਰਕਰਨਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਦਿਆਲ ਲਾਲ, ਪ੍ਰਾਣਨਾਥ ਨਾਥ ਸਕੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ, ਹੋਏ ਮੈਂ ਤਾਰ। ਅੰਧਕੂਪ ਮਹਾ ਪਿਆਨ, ਨਾਨਕ ਪਾਰੇ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਚੜੇ ਸੁਤਰੇ ਪਾਰ। ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ